GNDS ਅਕੈਡਮੀ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ। ਆਪਾਂ ਅੱਜ ਦੀ ਕਲਾਸ ਲੈ ਕੇ ਆਏ ਹਾਂ ਜੀ ਪੰਜਾਬ ਹਿਸਟਰੀ ਦੀ। ਟੌਪਿਕ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ, 1670 ਤੋਂ 1716 ਤੱਕ ਦਾ ਟਾਈਮ। ਇਸ ਦੇ ਵਿੱਚ ਆਪਾਂ ਬੰਦਾ ਬਹਾਦਰ ਦੀਆਂ ਜਿੱਤਾਂ, ਮੁੱਢਲਾ ਜੀਵਨ ਤੇ ਫਿਰ ਉਹਨਾਂ ਦੀ ਸ਼ਹੀਦੀ ਹੈ ਜਿਹੜੀ ਨਾ ਉਸ ਦੇ ਬਾਰੇ ਕਰਾਂਗੇ। ਪੰਜਾਬ ਹਿਸਟਰੀ ਆਪਣੀ ਦਸੰਬਰ ਦੇ ਵਿੱਚ ਆਪਾਂ ਕੰਪਲੀਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਪਰ ਜੇਕਰ ਫਿਰ ਵੀ ਪੇਪਰ ਜਾਂ ਪੋਸਟਾਂ ਜਲਦੀ ਆਉਂਦੀਆਂ, ਜਾਂ ਕਹਿ ਲਓ ਕਿ ਪੇਪਰ ਜਲਦੀ ਆਉਂਦਾ, ਕੋਈ ਵੀ ਕਾਰਨ ਹੁੰਦਾ, ਤਾਂ ਜਿਹੜੀਆਂ YouTube ਤੇ ਆਪਣੀਆਂ ਹਿਸਟਰੀ ਦੀਆਂ ਵੀਡੀਓ ਪਈਆਂ ਉਹਨਾਂ ਨੂੰ ਤੁਸੀਂ ਹੁਣ ਟਾਈਮ ਕੱਢ ਕੇ ਵਾਚ ਕਰ ਸਕਦੇ ਹੋ, ਦੇਖ ਸਕਦੇ ਹੋ। ਲਗਭਗ ਜਿਹੜਾ ਏਸ਼ੀਅੰਟ ਇੰਡੀਆ ਦਾ ਇਤਿਹਾਸ ਹੈ ਉਹ ਸਾਰੇ ਦਾ ਸਾਰਾ YouTube ਦੇ ਉੱਪਰ ਜਿਹੜਾ ਹੈਗਾ ਅਪਲੋਡ ਕੀਤਾ ਗਿਆ ਹੋਇਆ। ਨਾਲ MCQ ਦੇ ਕਲਾਸਾਂ ਵੀ ਹੈ। ਜਿਹੜੇ ਬੱਚਿਆਂ ਨੇ ਪੇਡ ਇਹ ਕਲਾਸ ਜੁਆਇਨ ਕੀਤੀ ਹੋਈ ਹੈ ਉਹਨਾਂ ਨੂੰ PDF ਹੈ ਜਿਹੜੀ ਬੁੱਕ ਦੇ ਰੂਪ ਦੇ ਵਿੱਚ ਪ੍ਰੋਵਾਈਡ ਕਰਵਾਈ ਜਾਵੇਗੀ ਸਾਡੇ ਦੁਆਰਾ, ਜਦੋਂ ਵੀ ਪੇਪਰ ਦੀ ਡੇਟ ਅਨਾਉਂਸ ਹੁੰਦੀ ਹੈ। ਕਿਉਂਕਿ ਉਸ ਤੋਂ ਪਹਿਲਾਂ ਕਈ ਵਾਰੀ ਤੁਹਾਡੀ PDF ਡਿਲੀਟ ਵਗੈਰਾ ਹੋ ਜਾਂਦੀ ਹੈ ਜਾਂ ਕੁਝ ਹੋ ਜਾਂਦਾ, ਮੌਕੇ ਤੇ ਜਾਣੀ ਕਿ ਤੁਹਾਨੂੰ PDF ਦੇ ਦਿੱਤੀ ਜਾਊਗੀ। ਸੋ ਬਿਨਾਂ ਕਿਸੇ ਦੇਰੀ ਜੀ ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਟੌਪਿਕ, ਬਾਬਾ ਬੰਦਾ ਸਿੰਘ ਜੀ ਬਹਾਦਰ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਹੈ ਜਿਹੜਾ ਉਹ 27 ਅਕਤੂਬਰ 1670 ਈਸਵੀ ਨੂੰ ਹੁੰਦਾ ਹੈ ਰਜੌਰੀ ਪਿੰਡ ਦੇ ਵਿੱਚ, ਜਿਹੜਾ ਕਿ ਜ਼ਿਲ੍ਹਾ ਪੁੰਛ ਤੇ ਸਟੇਟ ਕਸ਼ਮੀਰ ਦੇ ਵਿੱਚ ਹੈ। ਇਹਨਾਂ ਦੇ ਪਿਤਾ ਦਾ ਨਾਮ ਹੈਗਾ ਜੀ ਰਾਮਦੇਵ। ਮੁੱਢਲਾ ਨਾਂ ਇਹਨਾਂ ਦਾ ਹੈਗਾ ਜੀ ਲਛਮਣ ਦੇਵ। ਬੰਦਾ ਸਿੰਘ ਬਹਾਦਰ ਦਾ ਜਿਹੜਾ ਮੁੱਢਲਾ ਨਾਂ ਹੈ ਉਹ ਲਛਮਣ ਦੇਵ ਆ ਜੀ। ਤੇ ਹਿਰਨੀ ਦੇ ਸ਼ਿਕਾਰ ਨੇ ਜੀਵਨ ਨੂੰ ਮੋੜਾ ਦਿੱਤਾ ਅਤੇ ਲਛਮਣ ਦੇਵ ਬੈਰਾਗੀ ਹੈ ਜਿਹੜਾ, ਫਿਰ ਉਹ ਲਛਮਣ ਦੇਵ ਬੈਰਾਗੀ ਬਣ ਜਾਂਦਾ ਹੈ। ਜਾਨਕੀ ਪ੍ਰਸਾਦ ਨੂੰ ਆਪਣਾ ਗੁਰੂ ਧਾਰ ਲੈਂਦਾ ਹੈ। ਹੁਣ ਹੁੰਦਾ ਕੀ ਹੈ ਕਿ ਬਚਪਨ ਦੇ ਵਿੱਚ ਸ਼ਿਕਾਰ ਖੇਡਦਾ ਹੁੰਦਾ ਬੰਦਾ ਸਿੰਘ ਬਹਾਦਰ, ਤਾਂ ਇਹ ਤੋਂ ਇੱਕ ਹਿਰਨੀ ਦੇ ਤੀਰ ਲੱਗ ਜਾਂਦਾ ਜਿਹੜੀ ਕਿ ਗਰਭਵਤੀ ਹੁੰਦੀ ਹੈ। ਇਹਦੀਆਂ ਅੱਖਾਂ ਦੇ ਸਾਹਮਣੇ ਉਹ ਹਿਰਨੀ ਤੇ ਉਹਦੇ ਬੱਚੇ ਤੜਪ ਤੜਪ ਕੇ ਮਰ ਜਾਂਦੇ ਆ। ਉਸ ਤੋਂ ਜਿਹੜਾ ਬੰਦਾ ਬਹਾਦਰ ਹੈ ਇਹ ਬਹੁਤ ਹੀ ਸੈਡ ਫੀਲ ਕਰਦਾ ਹੈ ਨਾ, ਜਾਣੀ ਕਿ ਪਛਤਾਵਾ ਮਹਿਸੂਸ ਕਰਦਾ ਹੈ। ਤੇ ਫਿਰ ਇਹ ਜਿਹੜੀ ਹੈਗੀ ਹੈ ਦੁਨੀਆਦਾਰੀ, ਯੁੱਧ ਨੀਤੀ ਜਾਂ ਜਿਹੜੇ ਸ਼ਿਕਾਰ ਦੀ ਚੀਜ਼ਾਂ, ਇਹ ਸਾਰਾ ਕੁਝ ਛੱਡ ਕੇ ਇੱਕ ਬੈਰਾਗੀ ਬਣ ਜਾਂਦਾ ਹੈ। ਭਾਵਕ ਸਾਧੂ ਸੰਤਾਂ ਦਾ ਟੋਲਾ ਜਿਹੜਾ ਉਹਦੇ ਵਿੱਚ ਚਲੇ ਜਾਂਦਾ ਹੈ। ਵੈਰਾਗੀਆਂ ਦੀ ਪ੍ਰਥਾ ਦੇ ਅਨੁਸਾਰ ਜਾਨਕੀ ਪ੍ਰਸਾਦ ਹੈ ਜਿਹੜਾ ਉਹ ਇਹਦਾ ਨਾਮ ਬੰਦਾ ਬਹਾਦਰ ਦਾ ਉਸ ਟਾਈਮ ਲਛਮਣ ਦੇਵ ਹੈ, ਉਹ ਬਦਲ ਕੇ ਮਾਧੋ ਦਾਸ ਰੱਖ ਦਿੰਦਾ ਹੈ। ਠੀਕ ਹੈ ਜੀ। ਤਾਂ ਕਈ ਵਾਰੀ ਇਹ ਕੁਐਸਚਨ ਬਹੁਤ ਵਾਰ ਆਉਂਦਾ ਕਿ ਵੈਰਾਗੀ ਬਣਨ ਤੋਂ ਬਾਅਦ ਬੰਦਾ ਬਹਾਦਰ ਦਾ ਕੀ ਨਾਂ ਸੀ, ਮਾਧੋ ਦਾਸ ਮੁੱਢਲਾ ਕੀ ਨਾਂ ਸੀ, ਲਛਮਣ ਦੇਵ। ਠੀਕ ਹੈ। ਸੋ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ। 1686 ਈਸਵੀ ਦੇ ਵਿੱਚ ਮਾਧੋ ਦਾਸ ਆ ਜਿਹੜਾ ਉਹ ਵੈਰਾਗੀ ਰਾਮਦਾਸ ਦੀ ਮੰਡਲੀ ਸਮੇਤ ਗੋਦਾਵਰੀ ਕੰਢੇ ਨਾਸਕ ਦੇ ਸਥਾਨ ਤੇ ਪਹੁੰਚਦਾ ਹੈ। ਭਾਵ ਕੀ ਹੈ, ਬੰਦਾ ਬਹਾਦਰ 1686 ਈਸਵੀ ਦੇ ਵਿੱਚ ਗੋਦਾਵਰੀ ਨਦੀ ਦੇ ਕੰਢੇ ਨਾਸਕ ਦੇ ਜਿਹੜਾ ਹੈਗਾ ਸ਼ਹਿਰ ਜਾਂ ਸਟੇਟ ਹੈ ਨਾ, ਉਹਦੇ ਮਹਾਰਾਸ਼ਟਰ ਦੇ ਵਿੱਚ ਹੈ, ਨਾਸਕ ਸਟੇਟ ਦੇ ਵਿੱਚ ਪਹੁੰਚ ਜਾਂਦਾ ਹੈ। ਨਾਸਕ ਤੋਂ ਔਗੜਨਾਥ ਤੋਂ ਮਾਧੋ ਦਾਸ ਹੈ ਜਿਹੜਾ ਤੰਤਰ ਵਿੱਦਿਆ ਹਾਸਲ ਕਰਦਾ। ਉੱਥੇ ਇਹਨੂੰ ਇੱਕ ਹੋਰ ਜਿਹੜਾ ਹੈਗਾ ਗੁਰੂ ਮਿਲਦਾ, ਭਾਵ ਇੱਕ ਸਾਧ ਮਿਲਦਾ ਹੈ, ਸੰਤ ਮਿਲਦਾ, ਮਹਾਤਮਾ ਮਿਲਦਾ, ਜਿਸ ਦਾ ਨਾਮ ਔਗੜਨਾਥ ਹੁੰਦਾ ਹੈ। ਜੋਗੀ ਸੰਪਰਦਾਇ ਦੇ ਨਾਲ ਰਿਲੇਟਡ ਹੈ ਇਹ, ਜੇਕਰ ਤੁਸੀਂ ਪੰਜਾਬ ਲਿਟਰੇਚਰ ਪੜ੍ਹਿਆ ਹੋਇਆ ਔਗੜਨਾਥ। ਤਾਂ ਜਦੋਂ ਇਹਦੀ ਮੁਲਾਕਾਤ ਮਾਧੋ ਦਾਸ ਦੀ ਔਗੜਨਾਥ ਨਾਲ ਹੁੰਦੀ ਹੈ ਤਾਂ ਉੱਥੇ ਫਿਰ ਜਿਹੜਾ ਹੈਗਾ ਜੀ ਇਹ ਔਗੜਨਾਥ ਨੂੰ ਵੀ ਆਪਣਾ ਗੁਰੂ ਧਾਰਦਾ ਹੈ ਤੇ ਉਸ ਤੋਂ ਤੰਤਰ ਵਿੱਦਿਆ ਸਿੱਖਦਾ ਹੈ। 1691 ਈਸਵੀ ਦੇ ਵਿੱਚ ਔਗੜਨਾਥ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਚ ਮਾਧੋ ਦਾਸ ਆ ਜਿਹੜਾ ਉਹ ਨਾਸਕ ਤੋਂ ਨੰਦੇੜ ਸਾਹਿਬ ਦੇ ਵਿੱਚ ਚਲੇ ਜਾਂਦਾ। ਨੰਦੇੜ ਜਿਹੜਾ ਸ਼ਹਿਰ ਹੈ ਜਿੱਥੇ ਹੁਣ ਗੁਰਦੁਆਰਾ ਨੰਦੇੜ ਸਾਹਿਬ ਹਜ਼ੂਰ ਸਾਹਿਬ ਬਣਿਆ ਹੋਇਆ ਨਾ, ਉੱਥੇ ਚਲੇ ਜਾਂਦਾ ਤੇ ਇੱਕ ਆਪਣਾ ਅਲੱਗ ਆਸ਼ਰਮ ਬਣਾ ਲੈਂਦਾ। ਨੰਦੇੜ ਦੇ ਸਥਾਨ ਤੇ ਹੀ ਜਿਹੜੇ 1708 ਈਸਵੀ ਦੇ ਵਿੱਚ ਮਾਧੋ ਦਾਸ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਹੁੰਦੀ ਹੈ ਜੀ। ਸਭ ਤੋਂ ਮਹੱਤਵਪੂਰਨ ਇਤਿਹਾਸਕ ਘਟਨਾ ਇਹ ਕਹੀ ਜਾ ਸਕਦੀ ਹੈ। ਖਾਸ ਕਰਕੇ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਉਤਪਤੀ ਤੇ ਸਿੱਖਾਂ ਦੀ ਜਿਹੜੀ ਇੱਕ ਕੌਮ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਜਿਹੜਾ ਹੈਗਾ ਸ਼ਹੀਦੀ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦੀ ਪਹਿਲਾਂ ਸ਼ਹੀਦੀ ਹੋ ਜਾਂਦੀ ਹੈ ਨਾ, ਜਿਵੇਂ ਆਪਾਂ ਕੱਲ ਟੌਪਿਕ ਕੀਤਾ ਸੀ। ਫਿਰ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਉਹ ਸ਼ਹੀਦੀ ਤੋਂ ਬਾਅਦ ਚਮਕੌਰ ਦੀ ਗੜੀ ਦੇ ਵਿੱਚ ਸਿੱਖਾਂ ਦਾ ਭਾਰੀ ਜਾਨੀ ਨੁਕਸਾਨ, ਸਰਸਾ ਨਦੀ ਤੇ ਨੁਕਸਾਨ। ਤਾਂ ਉਸ ਤੋਂ ਬਾਅਦ ਚ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਤੇ ਕਾਤਲਾਨਾ ਹਮਲਾ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਸ਼ਹੀਦ ਹੁੰਦੇ ਆ
ਤਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਰਾਜਨੀਤਿਕ ਨੇਤਾ ਜਿਹੜਾ ਹੈਗਾ ਉਹ ਬੰਦਾ ਬਹਾਦਰ ਦੇ ਰੂਪ ਚ ਗੁਰੂ ਗੋਬਿੰਦ ਸਿੰਘ ਜੀ ਆਪਣੀ ਸ਼ਹੀਦੀ ਤੋਂ ਪਹਿਲਾਂ ਸਿੱਖਾਂ ਨੂੰ ਦੇ ਜਾਂਦੇ ਆ। ਜਿਹੜਾ ਗੁਰੂ ਹੈ, ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਐਲਾਨ ਕੇ ਚਲੇ ਜਾਂਦੇ ਆ। ਸੋ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਗੁਰੂ ਸਾਹਿਬ ਹੈ ਜਿਹੜਾ ਉਹ ਮਾਧੋਦਾਸ ਜਿਹੜਾ ਹੈਗਾ ਉਹ ਗੁਰੂ ਸਾਹਿਬ ਤੋਂ ਅੰਮ੍ਰਿਤ ਛਕਦਾ ਹੈ, ਤੇ ਫਿਰ ਉਹ ਮਾਧੋਦਾਸ ਤੋਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦਾ ਨਾਮ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੰਦੇ ਆ। ਸੋ ਇਹਨਾਂ ਦੇ ਵਿੱਚ ਜਿਹੜੀ ਵਾਰਤਾਲਾਪ ਹੈ, ਇਹ ਦੇਖੋ ਮਾਧੋਦਾਸ ਆ ਜਿਹੜਾ ਉਹ ਜਦੋਂ ਇਹਨਾਂ ਦੀ ਮੁਲਾਕਾਤ ਇਸ ਤਰ੍ਹਾਂ ਹੁੰਦੀ ਹੈ ਕਿ ਜਦੋਂ ਉੱਥੇ ਬੈਠਦੇ ਆ ਗੁਰੂ ਗੋਬਿੰਦ ਸਿੰਘ ਜੀ, ਤਾਂ ਇਹ ਆਪਦੀ ਤੰਤਰ ਵਿੱਦਿਆ ਦੇ ਨਾਲ ਜਿਹੜਾ ਕਿਹਾ ਜਾਂਦਾ ਕਿ ਪਲੰਘ ਆ ਉਹ ਬੈਠਣ ਵਾਲਾ, ਉਹਨੂੰ ਪਲਟਾਉਣ ਦੀ ਕੋਸ਼ਿਸ਼ ਕਰਦਾ, ਪਰ ਉਹ ਸਫਲ ਨਹੀਂ ਹੁੰਦਾ। ਜਦੋਂ ਸਫਲ ਨਹੀਂ ਹੁੰਦਾ ਤਾਂ ਫਿਰ ਉਹਨੂੰ ਇਹ ਲੱਗਦਾ ਵੀ ਇਹ ਕੌਣ ਹੈ ਜਿਹੜਾ ਮੇਰੀ ਤੰਤਰ ਵਿੱਦਿਆ ਤੋਂ ਵੀ ਜਾਣੂ ਹੈ ਨਾ, ਵੀ ਮੇਰੀ ਤੰਤਰ ਵਿੱਦਿਆ ਦਾ ਉੱਤੇ ਅਸਰ ਨਹੀਂ ਹੋ ਰਿਹਾ। ਤਾਂ ਫਿਰ ਮਾਧੋਦਾਸ ਪੁੱਛਦਾ ਗੁਰੂ ਜੀ ਨੂੰ ਕਿ ਤੁਸੀਂ ਕੌਣ ਹੋ? ਗੁਰੂ ਸਾਹਿਬ ਕਹਿ ਦਿੰਦੇ ਆ ਉਹ ਜਿਸ ਨੂੰ ਤੂੰ ਜਾਣਦਾ ਹੈ। ਮਾਧੋਦਾਸ ਫਿਰ ਕਹਿੰਦਾ ਮੈਂ ਕਿਸ ਨੂੰ ਜਾਣਦਾ ਹਾਂ? ਤੇ ਗੁਰੂ ਸਾਹਿਬ ਕਹਿੰਦੇ ਆਪਣੇ ਮਨ ਅੰਦਰ ਝਾਤੀ ਮਾਰ। ਮਾਧੋਦਾਸ ਅੱਖਾਂ ਬੰਦ ਕਰਕੇ ਕੁਝ ਸੋਚਦਾ ਹੈ ਤੇ ਫਿਰ ਉਹ ਕਹਿੰਦਾ ਅੱਛਾ ਆਪ ਗੁਰੂ ਗੋਬਿੰਦ ਸਿੰਘ ਹੋ? ਤੇ ਗੁਰੂ ਸਾਹਿਬ ਹੈ ਜਿਹੜੇ ਉਹ ਫਿਰ ਕੁਝ ਸੋਚਦੇ ਆ ਤੇ ਉਹਦੇ ਵੱਲ ਦੇਖ ਕੇ ਕਹਿੰਦੇ ਆ ਹਾਂ। ਫਿਰ ਮਾਧੋਦਾਸ ਆ ਜਿਹੜਾ ਉਹ ਕਹਿੰਦਾ ਤੁਸੀਂ ਇੱਥੇ ਕੀ ਕਰਨ ਆਏ ਹੋ? ਤਾਂ ਗੁਰੂ ਸਾਹਿਬ ਹੈ ਜਿਹੜੇ ਉਹ ਕਹਿੰਦੇ ਆ ਕਿ ਮੈਂ ਇੱਥੇ ਤੈਨੂੰ ਆਪਣਾ ਸਿੱਖ ਬਣਾਉਣ ਦੇ ਲਈ ਆਇਆ ਹਾਂ। ਮਾਧੋਦਾਸ ਕਹਿੰਦਾ, ਸਿਰ ਨਵਾ ਕੇ ਗੋਡਿਆਂ ਤੇ ਬੈਠ ਜਾਂਦਾ ਤੇ ਕਹਿੰਦਾ ਮੈਂ ਹਾਜ਼ਰ ਹਾਂ ਹਜ਼ੂਰ, ਮੈਂ ਤੁਹਾਡਾ ਬੰਦਾ ਹਾਂ, ਮੈਂ ਤੁਹਾਡਾ ਦਾਸ ਹਾਂ। ਤਾਂ ਇੱਥੋਂ ਜਿਹੜੇ ਹੈਗੇ ਆ ਗੁਰੂ ਗੋਬਿੰਦ ਸਿੰਘ ਜੀ ਮਾਧੋਦਾਸ ਨੂੰ ਆਪਣੇ ਨਾਲ ਰੱਖਦੇ ਆ ਤੇ ਮਾਧੋਦਾਸ ਨੂੰ ਜਿਹੜਾ ਹੈਗਾ ਮਾਧੋਦਾਸ ਤੋਂ ਅੰਮ੍ਰਿਤ ਛਕਾ ਕੇ ਤੇ ਸਿੱਖ ਰਸਮਾਂ ਜਿੰਨੀ ਵੀ ਜਿਹੜੇ ਖੰਡੇ ਦਾ ਪੌਲ ਆ ਨਾ ਉਹ ਸਾਰੀਆਂ ਰਸਮਾਂ ਨਿਭਾ ਕੇ ਤੇ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਸਿੰਘ ਦੇ ਰੂਪ ਦੇ ਵਿੱਚ ਪੇਸ਼ ਹੁੰਦੇ ਆ। ਤੇ ਇਹਨਾਂ ਦਾ ਨਾਮ ਹੈ ਜਿਹੜਾ ਉਹ ਬੰਦਾ ਸਿੰਘ ਬਹਾਦਰ ਰੱਖਿਆ ਜਾਂਦਾ ਹੈ। ਇੱਥੇ ਇੱਕ ਹੋਰ ਮਹੱਤਵਪੂਰਨ ਤੱਥ ਇਹ ਇਹਦੇ ਵਿੱਚ ਐਡ ਹੋਣ ਤੋਂ ਰਹਿ ਗਿਆ ਕਿ ਇਹ ਉਹ ਸਥਾਨ ਹੈ ਹਜ਼ੂਰ ਸਾਹਿਬ, ਨੰਦੇੜ ਸਾਹਿਬ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਉਹ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਪਿਆਰਾ ਜਿਹੜਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਸੀ ਵਿਸਾਖੀ ਵਾਲੇ ਦਿਨ। ਤੇ ਬੰਦਾ ਬਹਾਦਰ ਉਹ ਇਨਸਾਨ ਹੈ ਜਿਹਨੇ ਸਭ ਤੋਂ ਲਾਸਟ ਦੇ ਵਿੱਚ ਅੰਮ੍ਰਿਤ ਛਕਿਆ ਗੁਰੂ ਗੋਬਿੰਦ ਸਿੰਘ ਜੀ ਤੋਂ, ਤੇ ਛਕਾਉਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਨੂੰ ਅੰਮ੍ਰਿਤ। ਸੋ ਇਹ ਦੋਨੋਂ ਜਿਹੜੇ ਹੈਗੇ ਆ ਸਿੱਖ ਇਤਿਹਾਸਕ ਤੱਤ ਫੈਕਟ ਹੈ ਕਿ ਇੱਥੇ ਜਿਹੜੇ ਹੈਗੇ ਆ ਇਕੱਠੇ ਹੁੰਦੇ ਆ। ਸਭ ਤੋਂ ਪਹਿਲਾ ਪਿਆਰਾ ਜਿਹੜਾ ਅੰਮ੍ਰਿਤ ਛਕਦਾ ਤੇ ਜਿਹੜੇ ਆਪਣੇ ਹੈਗੇ ਆ ਬੰਦਾ ਬਹਾਦਰ ਸਭ ਤੋਂ ਲਾਸਟ ਦੇ ਵਿੱਚ ਜਿਹੜੇ ਅੰਮ੍ਰਿਤ ਛਕਦੇ ਆ ਗੁਰੂ ਗੋਬਿੰਦ ਸਿੰਘ ਜੀ ਤੋਂ। ਫਿਰ ਇੱਥੇ ਹੈਗੇ ਜੀ ਜਿਹੜੇ ਗੁਰੂ ਜੀ ਉਹਨਾਂ ਨੇ ਸਿੱਖਾਂ ਦੀ ਰਾਜਨੀਤਿਕ ਅਗਵਾਈ ਲਈ ਬੰਦਾ ਬਹਾਦਰ ਨੂੰ ਪੰਜਾਬ ਭੇਜਦੇ ਆ। ਇਹ ਆਪਾਂ ਕੱਲ ਵਾਲੇ ਲੈਸਨ 'ਚ ਕੀਤਾ ਸੀ ਕਿ ਉਹਨਾਂ ਨੂੰ 5 ਤੀਰ, ਉਹਨਾਂ ਤੇ ਨਗਾਰਾ ਤੇ ਨਾਲ ਜਿਹੜੇ ਹੈਗੇ ਆ ਕੁਝ ਸਿੰਘ, 5 ਪਿਆਰੇ 5 ਪਿਆਰੇ ਤਾਂ ਰਹਿ ਨਹੀਂ ਜਾਂਦੇ ਹੁੰਦੇ ਨਾ, 3 ਜਾਣੇ ਰਹਿ ਜਾਂਦੇ ਹੁੰਦੇ ਆ, ਇੱਕ ਸਿੰਘ 2 ਸਿੰਘ ਚੱਲ ਹੋਰ ਨਾਲ ਭੇਜ ਕੇ 7-8 ਦਾ ਜਥਾ ਹੈ ਜਿਹੜਾ 10 ਗਿਣਤੀ ਦੇ ਵਿੱਚ। ਕੋਈ ਇਤਿਹਾਸਕਾਰ ਕਹਿੰਦੇ 10 ਆ, ਕੋਈ ਕਹਿੰਦਾ 5 ਸੀ, ਕੋਈ ਕਹਿੰਦੇ 7 ਸੀ। ਠੀਕ ਹੈ, ਚਲੋ ਜਿੰਨੀ ਵੀ ਗਿਣਤੀ ਸੀਗੀ ਉਹਦੇ ਨਾਲ ਤੇ 5 ਤੀਰ ਦੇ ਕੇ ਤੇ ਹੁਕਮਨਾਮੇ ਆਪਣੇ ਜਾਰੀ ਕਰਦੇ ਆ ਸਮੁੱਚੀ ਪੰਜਾਬ, ਖਾਸ ਕਰਕੇ ਸਿੱਖ ਕੌਮ ਦੇ ਨਾਂ ਤੇ, ਕਿ ਜਾ ਕੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਹੈਗੇ ਹੁਕਮਨਾਮੇ ਦੇਣ ਤੇ ਫਿਰ ਅੱਗੇ ਜਿਹੜੀ ਹੈਗੀ ਉਹਨਾਂ ਦੀ ਅਗਵਾਈ ਹੋਵੇ। ਪੰਜਾਬ ਪਹੁੰਚਦੇ ਹੀ ਗੁਰੂ ਜੀ ਦੇ ਹੁਕਮਨਾਮਿਆਂ ਤਹਿਤ ਹਜ਼ਾਰਾਂ ਸਿੱਖ ਹੈ ਜਿਹੜੇ ਉਹ ਬੰਦਾ ਬਹਾਦਰ ਦੇ ਝੰਡੇ ਥੱਲੇ ਜਾਂ ਬੰਦਾ ਬਹਾਦਰ ਦੀ ਅਗਵਾਈ ਹੇਠ ਇਕੱਠੇ ਹੋ ਜਾਂਦੇ ਆ। ਸੋ ਇਸ ਤੋਂ ਬਾਅਦ ਚ ਉਹ ਦੌਰ ਸ਼ੁਰੂ ਹੁੰਦਾ ਹੈ ਜਿਹੜਾ ਬੰਦਾ ਬਹਾਦਰ ਦਾ ਤੇ ਖਾਸ ਕਰਕੇ ਸਿੱਖ ਸਾਮਰਾਜ ਦਾ ਸਭ ਤੋਂ ਉੱਚਾ ਦੌਰ ਹੈ। ਤੇ ਜਿਹੜੇ ਦੌਰ ਨੇ ਮੁੜ ਕੇ ਸਿੱਖਾਂ ਨੂੰ ਇੰਨੇ ਯੋਧੇ ਤੇ ਇੰਨੇ ਸੰਘਰਸ਼ੀ ਬਣਾਇਆ ਤੇ ਉਹਨਾਂ ਦੇ ਵਿੱਚ ਇੰਨੀ ਜਿਹੜੀ ਹੈਗੀ ਹੈ ਬਹਾਦਰੀ ਭਰੀ ਕਿ ਅੱਗੇ ਜਾ ਕੇ ਜਿਹੜੇ ਸਿੱਖ ਕੌਮ ਹੈ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਰੂਪ ਦੇ ਵਿੱਚ ਐਸਟੈਬਲਿਸ਼ ਹੁੰਦੀ ਹੈ। 1708 ਤੋਂ ਲੈ ਕੇ ਕੁਝ ਕੁ ਸਾਲਾਂ ਨੂੰ ਛੱਡ ਕੇ 1716 ਤੱਕ ਲਗਾਤਾਰ ਲੜਾਈਆਂ ਦਾ ਦੌਰ ਹੈ ਪੰਜਾਬ ਦੇ ਵਿੱਚ, ਪੰਜਾਬ ਦੀ ਧਰਤੀ ਤੇ ਫਿਰ 1716 ਤੋਂ ਲੈ ਕੇ 1748 ਤੇ ਜੇ ਆਪਾਂ ਜਾਵੜੀਏ 1767 ਤੱਕ ਦਾ ਦੌਰ ਜਿਹੜਾ ਬਹੁਤ ਹੀ ਭੈੜਾ ਦੌਰ ਹੈ ਸਿੱਖ ਕੌਮ ਦੇ ਲਈ। ਇੰਨੇ ਜ਼ਿਆਦਾ ਅਤਿਆਚਾਰ, ਉਹਨਾਂ ਦੇ ਸਿਰਾਂ ਦੇ ਮੁੱਲ, ਘਰਾਂ ਦੇ ਵਿੱਚੋਂ ਉਹਨਾਂ ਦਾ ਉਜਾੜਾ ਤੇ ਪੱਤੇ ਖਾ ਜੰਗਲਾਂ ਦੇ ਵਿੱਚ ਉਹਨਾਂ ਦਾ ਆਪਣਾ ਟਾਈਮ ਪਾਸ ਕਰਨਾ, ਉਹ ਸਮਾਂ ਦੇਖਿਆ ਜਿਹੜੀ ਸਿੱਖ ਕੌਮ ਨੇ ਲਗਭਗ 40-50 ਦਹਾਕੇ ਦਾ ਟਾਈਮ। ਤੇ ਉਸ ਤੋਂ ਬਾਅਦ ਫਿਰ ਸਿੱਖ ਮਿਸਲਾਂ ਦੀ ਐਸਟੈਬਲਿਸ਼ਮੈਂਟ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਦਾ ਹੈ। ਉਹ ਚਲੋ ਆਪਾਂ ਜਿਵੇਂ ਜਿਵੇਂ ਟੌਪਿਕ ਆਉਣਗੇ ਉਵੇਂ ਕਰਾਂਗੇ। ਸੋ ਭਾਵ ਕੀ ਹੈ, ਉਹ ਸਮਾਂ ਸੀ ਜਦੋਂ ਪਹਿਲੀ ਖਾਲਸਾ ਰਾਜ ਦੀ ਨੀਂਹ ਦੇ ਲਈ ਪਹਿਲੀ ਜਿੱਤ ਹੁੰਦੀ ਹੈ ਸਿੱਖ ਕੌਮ ਦੀ ਖਾਲਸਾ ਰਾਜ ਦੇ ਨੀਂਹ ਦੀ ਲਈ। ਠੀਕ ਹੈ, ਜਿੱਤਾਂ ਪਹਿਲਾਂ ਹੈਗੀਆਂ ਲੜਾਈਆਂ ਦੇ ਵਿੱਚ, ਗੁਰੂ ਹਰਗੋਬਿੰਦ ਜਿੱਤੇ ਹੈ, ਫਿਰ ਗੁਰੂ ਜਿਹੜੇ ਹੈਗੇ ਆਪਣੇ
ਗੋਬਿੰਦ ਸਿੰਘ ਜੀ ਲੜਾਈਆਂ ਜਿੱਤਿਆ, ਪਰ ਰਾਜਨੀਤਿਕ ਜਿਹੜੀ ਲੜਾਈ ਹੈ ਜਾਂ ਰਾਜਨੀਤਿਕ ਦੇ ਤੌਰ ਤੇ ਸੱਤਾ ਦੇ ਲਈ ਲੜਾਈ ਹੈ ਜਿਹੜੀ, ਉਹ ਬੰਦਾ ਬਹਾਦਰ ਜਿੱਤਦਾ ਸੋਨੀਪਤ ਦੇ ਉੱਪਰ ਹਮਲਾ ਕਰਕੇ। ਫਿਰ ਉੱਥੋਂ ਜਿਹੜਾ ਸੋਨੀਪਤ ਤੋਂ ਅੱਗੇ ਚਲੇ ਜਾਂਦੇ ਆ, ਸਰਹੰਦ ਵੱਲ ਵੱਧਦੇ ਹੁੰਦੇ ਆ, ਤਾਂ ਭੂਣਾ ਪਿੰਡ ਆਉਂਦਾ ਰਸਤੇ ਦੇ ਵਿੱਚ, ਕੈਥਲ ਸ਼ਹਿਰ ਦੇ ਵਿੱਚ, ਕਿਉਂਕਿ ਉਦੋਂ ਹੀ ਪਾਰਟ ਆਫ ਪੰਜਾਬ ਹੈ, ਹੁਣ ਹਰਿਆਣੇ ਦੇ ਵਿੱਚ ਹੈ ਨਾ। ਤਾਂ ਇੱਥੇ ਫਿਰ ਸ਼ਾਹੀ ਖਜ਼ਾਨਾ ਲੰਘਿਆ, ਬੰਦਾ ਬਹਾਦਰ ਨੂੰ ਪਤਾ ਲੱਗਦਾ, ਤਾਂ ਫਿਰ ਉਹ ਆਪਣੇ ਸਿੱਖਾਂ ਦੇ ਨਾਲ ਜਿਹੜਾ ਹੈਗਾ ਇਹ ਸ਼ਾਹੀ ਖਜ਼ਾਨੇ ਨੂੰ ਲੁੱਟਦਾ ਹੈ। ਇਤਿਹਾਸਕਾਰ ਕਹਿੰਦੇ ਆ ਕਿ ਜਦੋਂ ਬੰਦਾ ਬਹਾਦਰ ਪੰਜਾਬ ਦੇ ਵਿੱਚ ਐਂਟਰ ਹੁੰਦਾ, ਤਾਂ ਲੋਕ ਜਿਹੜਾ ਕੁਝ ਵੀ ਉਹਨਾਂ ਕੋਲੇ ਸੀਗਾ, ਕਿਸੇ ਕੋਲੇ ਕਹੀ ਸੀ, ਕਿਸੇ ਕੋਲੇ ਕੁਹਾੜੀ ਸੀ, ਕਿਸੇ ਕੋਲੇ ਟੰਬਾ ਸੀ, ਕਿਸੇ ਕੋਲੇ ਤੰਗਲੀ ਸੀ, ਕਿਸੇ ਕੋਲੇ ਪੰਜਾਲੀ, ਜੋ ਕੁਝ ਵੀ ਉਹਨਾਂ ਕੋਲ ਸੀ ਉਹ ਸਭ ਕੁਝ ਘਰੋਂ ਚੱਕ ਕੇ ਲੈ ਕੇ ਜਿਹੜਾ ਹੈਗਾ ਬੰਦਾ ਬਹਾਦਰ ਦੀ ਫੌਜ ਦੇ ਵਿੱਚ ਸ਼ਾਮਲ ਹੋ ਗਏ। ਤਾਂ ਜੇ ਭਾਵ ਕੀ ਹੈ, ਬੰਦਾ ਬਹਾਦਰ ਦੇ ਝੰਡੇ ਥੱਲੇ, ਸਿੱਖ ਕੌਮ ਦੇ ਝੰਡੇ ਥੱਲੇ ਫਿਰ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਕੌਮ ਹੈ ਜਿਹੜੀ ਉਹ ਜੁਟ ਗਈ, ਇਕੱਤਰ ਹੋ ਗਈ, ਜਿਹੜੀ ਕਿ ਮੁਗਲ ਸਾਮਰਾਜ ਇਹ ਸੋਚਦਾ ਸੀ ਕਿ ਉਹਨਾਂ ਨੇ ਖਤਮ ਕਰਤੀ ਜਾਂ ਖੇਰੂ ਖੇਰੂ ਕਰਤੀ, ਜਾਂ ਗੁਰੂ ਗੋਬਿੰਦ ਸਿੰਘ ਹੀ ਹੈ ਨਹੀਂ ਤੇ ਹੁਣ ਇਹ ਕੌਮ ਦਾ ਕੌਣ ਵਾਲੀ ਵਾਰਸ ਹੋ ਸਕਦਾ, ਜਾਂ ਕੌਣ ਕੌਮ ਨੂੰ ਅੱਗੇ ਲਿਜਾ ਸਕਦਾ। ਸੋ ਇਹ ਮਹਾਨ ਟਾਈਮ ਸਮਾਂ ਸੀਗਾ ਬੰਦਾ ਬਹਾਦਰ ਦਾ, ਇੱਕ ਰੈਵੋਲੂਸ਼ਨਰੀ ਦੇ ਤੌਰ ਤੇ ਬੰਦਾ ਬਹਾਦਰ ਵਿਚਰਿਆ। 4-5 ਸਾਲ ਦੇ ਵਿੱਚ ਹੀ ਉਹਨੇ ਪੂਰਾ ਸਾਮਰਾਜ, ਮੁਗਲ ਸਾਮਰਾਜ ਤਬਾਹ ਕਰਕੇ ਰੱਖਤਾ ਤੇ ਸਿੱਖ ਰਾਜ ਦੀ ਨੀਂਹ ਰੱਖੀ, ਸਿਰਫ 4-5 ਸਾਲਾਂ ਦੇ ਵਿੱਚ। 4-5 ਸਾਲ ਫਿਰ ਉਹਨੂੰ ਐਸਟੈਬਲਿਸ਼ਮੈਂਟ ਕੀਤੀ ਤੇ ਜਾਂ ਹੋਰ ਸੰਘਰਸ਼ ਲੜੇ। ਹੁਣ ਸਭ ਤੋਂ ਅੱਗੇ ਵੱਡਾ ਹਮਲਾ ਹੈਗਾ ਜੀ ਜਿਹੜਾ ਸਮਾਣਾ ਦਾ ਤੇ ਘੜਾਮ ਦਾ। ਸਮਾਣਾ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਹਥਿਆਰੇ ਆ ਜਿਹੜੇ, ਸ਼ਯਦ ਜਲਾਲਉਦੀਨ, ਜਿਨ੍ਹਾਂ ਨੇ ਇਹਨਾਂ ਦਾ ਸੀਸ ਹੈ ਜਿਹੜਾ ਉਹ ਧੜ ਤੋਂ ਵੱਖ ਕੀਤਾ ਸੀ। ਤੇ ਸਰਹੰਦ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਹੱਤਿਆ ਕਰਨ ਵਾਲੇ ਜਲਾਦ ਸ਼ਾਸਲ ਵੇਗ ਤੇ ਵਾਸ਼ਲ ਵੇਗ, ਇਹ ਵੀ ਸਮਾਣੇ ਦੇ ਵਿੱਚ ਹੀ ਰਹਿੰਦੇ ਸੀ। ਇਹਨਾਂ ਨੇ, ਜਿਨ੍ਹਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਸੀ ਨਾ ਨੀਹਾਂ ਚਣਕੇ ਤੇ ਬਾਅਦ ਚ ਛੁਰੀ ਦੇ ਨਾਲ ਉਹਨਾਂ ਦਾ ਜਿਹੜਾ ਗਲਾ ਕੱਟਿਆ ਸੀ ਸਾਹਿਬਜ਼ਾਦਿਆਂ ਦਾ। ਤਾਂ ਫਿਰ ਇਹਨਾਂ ਤੇ ਅਟੈਕ ਕਰਨ ਦੇ ਲਈ, ਤੇ ਦੂਜਾ ਹੈਗਾ ਮੁਗਲ ਸਾਮਰਾਜ ਨੂੰ ਚੁਣੌਤੀ ਦੇ ਰੂਪ ਦੇ ਵਿੱਚ ਪੇਸ਼ ਹੋਣ ਦੇ ਲਈ ਬੰਦਾ ਬਹਾਦਰ ਸਮਾਣਾ ਤੇ ਅਟੈਕ ਕਰਦਾ ਹੈ। ਤੇ ਇੱਥੇ ਬਹੁਤ ਬਹਾਦਰੀ ਦੇ ਨਾਲ ਸਿੱਖ ਕੌਮ ਲੜਦੀ ਹੈ, ਬੰਦਾ ਬਹਾਦਰ ਲੜਦਾ ਤੇ ਇਹਨੂੰ ਕੁਛ ਕੁ ਸਮੇਂ ਦੇ ਵਿੱਚ ਹੀ ਸਮਾਣਾ ਨੂੰ ਜਿੱਤ ਲਿਆ ਜਾਂਦਾ ਹੈ। ਤੇ ਮੁਗਲਾਂ ਦਾ ਜਿਹੜਾ ਸਾਮਰਾਜ ਆ ਸਮਾਣੇ ਦੇ ਵਿੱਚ ਜਿੰਨਾ ਵੀ ਹੁੰਦਾ ਉਹਨੂੰ ਖੇਰੂ ਖੇਰੂ ਕੀਤਾ ਜਾਂਦਾ ਹੈ। ਥਿਊਰੀ ਹੈ ਜਿਹੜੀ ਉਹ ਜ਼ਰੂਰ ਪੜ੍ਹ ਲਿਓ, ਲੰਮੀਆਂ ਗੱਲਾਂ ਕਾਫੀ ਆਪਣੀ ਬੁੱਕਸ ਦੇ ਵਿੱਚੋਂ, ਕਿਸੇ ਵੀ ਬੁੱਕਸ ਦੇ ਵਿੱਚੋਂ, ਖਾਸ ਕਰਕੇ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੀਆਂ ਬੁੱਕਸ ਨੂੰ ਫੋਲੋ ਜ਼ਰੂਰ ਕਰੋ ਨੋਟਸਾਂ ਦੇ ਨਾਲ ਨਾਲ। 26 ਨਵੰਬਰ 1709 ਈਸਵੀ ਨੂੰ ਬੰਦਾ ਬਹਾਦਰ ਨੇ ਆਪਣੇ ਸਾਥੀਆਂ ਸਮੇਤ ਸਮਾਣੇ ਦੇ ਉੱਪਰ ਹਮਲਾ ਕੀਤਾ ਜੀ। ਸਾਰੇ ਦੁਸ਼ਮਣਾਂ ਨੂੰ ਕਤਲ ਕਰਕੇ ਜਿੱਤ ਤੋਂ ਬਾਅਦ ਭਾਈ ਫਤਿਹ ਸਿੰਘ ਨੂੰ ਬੰਦਾ ਬਹਾਦਰ ਹੈ ਜਿਹੜੇ ਉਹਨਾਂ ਨੇ ਸਮਾਣੇ ਦਾ ਫੌਜਦਾਰ ਨਿਯੁਕਤ ਕੀਤਾ। ਘੜਾਮ ਦਾ ਇਲਾਕਾ ਜਿੱਤ ਕੇ ਵੀ ਫਤਿਹ ਸਿੰਘ ਦੇ ਅਧੀਨ ਸਮਾਣੇ ਦਾ ਜਿਹੜਾ ਹੈਗਾ ਸਮਾਣੇ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਕਪੂਰੀ ਅਤੇ ਸੰਢੌਰਾ ਦੀ ਜਿੱਤ, ਜਿਹੜਾ ਕਦਮਉਦੀਨ ਜ਼ਾਲਮ ਹੈ, ਇੱਕ ਇੱਥੋਂ ਦਾ ਸ਼ਾਸਕ ਹੈ ਜਿਹੜਾ ਫੌਜਦਾਰ ਹੈ ਇੱਥੋਂ ਦਾ ਕਪੂਰੀ ਦਾ, ਕਦਮਉਦੀਨ ਜਿਹੜਾ ਉਹ ਬਹੁਤ ਜ਼ਾਲਮ ਤੇ ਦੁਰਾਚਾਰੀ ਹੈ। ਠੀਕ ਹੈ ਜੀ, ਉਹ ਦੁਰਾਚਾਰੀ ਦਾ ਮਤਲਬ ਕਿ ਭਾਵ ਆਪਾਂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਨਾਲ ਕਰੈਕਟਰ ਪੱਖੋਂ ਜਿਹੜਾ ਬੰਦਾ ਸਹੀ ਨਹੀਂ, ਠੀਕ ਹੈ, ਦੁਰਾਚਾਰ ਕਰਦਾ। ਉਹ ਹਿੰਦੂ ਲੜਕੀਆਂ ਦੇ ਨਾਲ ਜਿਹੜਾ ਹੈਗਾ ਧੱਕੇਸ਼ਾਹੀ ਕਰਦਾ ਹੈ, ਉਹਨਾਂ ਦੀਆਂ ਪੱਤਾਂ ਨੂੰ ਲੁੱਟਦਾ ਹੈ ਤੇ ਨਾਲ ਦੀ ਨਾਲ ਲੋਕਾਂ ਤੇ ਬਹੁਤ ਜ਼ਾਲਮ ਕਰਦਾ ਹੈ। ਤਾਂ ਇਹ ਜਦੋਂ ਖਬਰ ਮਿਲਦੀ ਹੈ ਘੜਾਮ ਦੇ ਵਿੱਚ ਬੰਦਾ ਬਹਾਦਰ ਨੂੰ, ਤਾਂ ਬੰਦਾ ਬਹਾਦਰ ਜਿਹੜਾ ਹੈਗਾ ਸਿੱਖ ਕੌਮ ਦੇ ਨਾਲ, ਸਿੱਖ ਫੌਜ ਦੇ ਨਾਲ ਕਪੂਰੇ ਦੇ ਉੱਪਰ ਅਟੈਕ ਕਰਦਾ ਹੈ ਤੇ ਜਿਹੜਾ ਹੈਗਾ ਸੰਢੌਰਾ ਦਾ ਇਲਾਕਾ ਜਿਹੜਾ ਉਹ ਜਿੱਤਿਆ ਜਾਂਦਾ ਹੈ। ਇਹ ਸਾਰੇ ਇਲਾਕੇ ਜਿੱਤ ਕੇ ਤੇ ਇਸੇ ਸਥਾਨ ਤੇ ਜਿਹੜਾ ਉਸਮਾਨ ਖਾਂ ਵੀ ਰਹਿੰਦਾ ਹੁੰਦਾ ਹੈ, ਉਹ ਵੀ ਹਿੰਦੂਆਂ ਤੇ ਬੜਾ ਅਤਿਆਚਾਰ ਕਰਦਾ ਹੁੰਦਾ। ਉਹਨੇ ਇੱਕ ਸਭ ਤੋਂ ਵੱਡੀ ਘਿਨਾਉਣੀ ਹਰਕਤ ਕੀਤੀ ਸੀ ਸੰਢੌਰਾ ਦੇ ਇਸ ਫੌਜਦਾਰ ਨੇ ਕਿ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਖਤਮ ਕਰਤਾ ਸੀ। ਕਿਉਂਕਿ ਪੀਰ ਬੁੱਧੂ ਸ਼ਾਹ ਨੇ, ਆਪਾਂ ਕੱਲ ਪੜ੍ਹਿਆ ਸੀ, ਭੰਗਾਣੀ ਦੀ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ। ਜਦੋਂ ਆਪਾਂ ਪੜ੍ਹਿਆ ਸੀ ਕਿ 700 ਸੈਨਿਕ ਹੈ ਜਿਹੜੇ ਉਹ ਨਾਲ ਲੈ ਕੇ ਪੀਰ ਬੁੱਧੂ ਸ਼ਾਹ ਤੇ ਆਪਣੇ ਪੁੱਤਰਾਂ ਦੇ ਨਾਲ ਜਿਹੜਾ ਭੰਗਾਣੀ ਦੇ ਮੈਦਾਨ ਦੇ ਵਿੱਚ ਪਹੁੰਚ ਜਾਂਦਾ, ਜਦੋਂ ਪਠਾਨ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਜਾਂਦੇ ਹੁੰਦੇ ਆ। ਤਾਂ ਪੀਰ ਬੁੱਧੂ ਸ਼ਾਹ ਜਿਹੜਾ ਫਿਰ ਇੱਥੇ ਲੜਦਾ ਹੈ, ਤਾਂ ਇਹਦੀ ਸਜ਼ਾ ਜਿਹੜੀ ਪੀਰ ਬੁੱਧੂ ਸ਼ਾਹ ਨੂੰ ਦਿੰਦਾ ਉਸਮਾਨ ਖਾਨ ਕਿ ਉਹਨੇ ਭੰਗਾਣੀ ਦੀ ਲੜਾਈ ਦੇ ਵਿੱਚ ਗੁਰੂ ਜੀ ਦਾ ਸਾਥ ਦਿੱਤਾ ਸੀ। ਤਾਂ ਫਿਰ ਬੰਦਾ ਬਹਾਦਰ ਹੈ ਜਿਹੜਾ ਇਸੇ ਜ਼ਾਲਮ ਦਾ ਨਾਸ਼ ਕਰਨ ਦੇ ਲਈ ਇਸ ਅਸਥਾਨ ਤੇ ਅਟੈਕ ਕਰਦਾ ਹੈ। ਤੇ ਇੱਥੇ ਵੀ ਜਿਹੜਾ ਹੈਗਾ ਬਹੁਤ ਕਤਲੋਗਾਰਤ ਹੁੰਦੀ ਹੈ ਤੇ ਜਿਹੜੀ ਮੁਗਲ ਫੌਜ ਹੈ ਉਹਨੂੰ ਮਾਰਿਆ ਜਾਂਦਾ ਹੈ ਨਾ, ਕਤਲ ਕੀਤੇ ਜਾਂਦੇ ਆ, ਉਹਨਾਂ ਦੇ ਘਰ ਉਜਾੜੇ ਜਾਂਦੇ ਆ। ਤੇ ਨਾਲ ਦੀ ਨਾਲ ਜਿਹੜਾ ਆਪਣਾ ਹੈਗਾ ਇਹ ਉਸਮਾਨ ਖਾਂ, ਇਹਨੂੰ ਵੀ ਕਤਲ ਕੀਤਾ ਜਾਂਦਾ ਹੈ। ਇੱਥੇ ਇੰਨੀ ਕਤਲੋਗਾਰਤ ਹੁੰਦੀ ਹੈ ਕਿ ਇਸ ਸਥਾਨ ਦਾ ਨਾਂ ਹੀ ਕਤਲਗੜੀ ਪੈ ਜਾਂਦਾ ਹੈ। ਠੀਕ ਹੈ ਜੀ, ਕਿਹੜੇ ਸਥਾਨ ਦਾ ਨਾਂ ਕਤਲਗੜੀ ਹੈ? ਤਾਂ ਸੰਢੌਰਾ ਦਾ। ਪੀਰ ਬੁੱਧੂ ਸ਼ਾਹ ਦੀ ਹਵੇਲੀ ਹੈ ਜਿਹੜੀ ਉਹ ਜੀ ਮੁਗਲਾਂ ਤੋਂ
ਜਿਹੜੀ ਹੈਗੀ ਆ ਮੁਕਤ ਕਰਾ ਕੇ ਸਿੱਖਾਂ ਦੇ ਅਧੀਨ ਹੋ ਜਾਂਦੀ ਹੈ, ਸਿੱਖ ਆਪਦੇ ਅੰਡਰ ਲੈ ਲੈਂਦੇ ਆ, ਕਿਉਂਕਿ ਪੀਰ ਬੁੱਧੂ ਸ਼ਾਹ ਨੂੰ ਕਤਲ ਕੀਤਾ ਜਾ ਚੁੱਕਿਆ ਹੁੰਦਾ ਤੇ ਮੁਗਲ ਫੌਜ ਹੈ ਜਿਹੜੀ ਉੱਥੇ ਕਾਬਜ ਹੁੰਦੀ ਹੈ। ਰੋਪੜ ਦੀ ਲੜਾਈ ਹੁੰਦੀ ਹੈ ਜੀ। ਫਿਰ ਰੋਪੜ ਦੀ ਲੜਾਈ ਹੈ ਜਿਹੜੀ, ਜਦੋਂ ਬੰਦਾ ਬਹਾਦਰ ਜਿਹੜੇ ਹੈਗੇ ਆ ਇੱਥੋਂ ਸੰਢੌਰਾ ਤੋਂ ਜਾ ਅੱਗੇ ਸਰਹੰਦ ਵੱਲ ਵਧ ਰਹੇ ਹੁੰਦੇ ਆ, ਤਾਂ ਫਿਰ ਵਜ਼ੀਰ ਖਾਂ ਹੈ ਜਿਹੜਾ, ਉਹਨੂੰ ਵੀ ਇਹ ਪਤਾ ਹੁੰਦਾ ਨਾ ਕਿ ਮੈਸੇਜ ਜਾ ਵੜਦੇ ਆ ਕਿ ਜਿਹੜਾ ਹੈਗਾ ਬੰਦਾ ਬਹਾਦਰ ਸਿੱਖ ਕੌਮ ਦੇ ਨਾਲ ਸਰਹੰਦ ਵੱਲ ਵਧ ਰਿਹਾ ਤੇ ਸਰਹੰਦ ਤੇ ਅਟੈਕ ਕਰੂਗਾ। ਤਾਂ ਉਹ ਜਿਹੜਾ ਰੋਪੜ ਇੱਥੋਂ ਦਾ ਫੌਜਦਾਰ ਹੈ ਰੋਪੜ ਇਲਾਕੇ ਦੇ ਵਿੱਚ, ਤਾਂ ਉਹਦੀ ਡਿਊਟੀ ਲਾ ਆਂਦਾ ਕਿ ਇਹਨੂੰ ਰੋਕਿਆ ਜਾਵੇ ਬੰਦਾ ਬਹਾਦਰ ਨੂੰ। ਤਾਂ ਫਿਰ ਇਹ ਸ਼ੇਰ ਮੁਹੰਮਦ ਖਾਂ ਨਾਂ ਦਾ ਵਿਅਕਤੀ ਹੈ ਜਿਹੜਾ ਸੈਨਾ ਲੈ ਕੇ ਬੰਦਾ ਬਹਾਦਰ ਦੇ ਨਾਲ ਟਕਰਾਉਂਦਾ ਹੈ, ਤੇ ਰੋਪੜ ਦੇ ਸਥਾਨ ਦੇ ਉੱਪਰ, ਜਿਹਨੂੰ ਆਪਾਂ ਅੱਜ ਕੱਲ ਕਿਹੜੇ ਨਾਮ ਨਾਲ ਜਾਣਦੇ ਆ, ਰੂਪਨਗਰ, ਠੀਕ ਹੈ ਜੀ, ਰੂਪਨਗਰ ਦੇ ਨਾਂ ਨਾਲ ਜਾਣਦੇ ਆ। ਇਸ ਸਥਾਨ ਤੇ ਫਿਰ ਇਹਨਾਂ ਦੇ ਵਿੱਚ ਭਿਆਨਕ ਲੜਾਈ ਹੁੰਦੀ ਹੈ, ਤੇ ਇੱਥੇ ਬੰਦਾ ਬਹਾਦਰ ਆ ਜਿਹੜਾ ਉਹ ਜੇਤੂ ਹੋ ਕੇ ਨਿਕਲਦਾ ਹੈ, ਤੇ ਜਿਹੜਾ ਸ਼ੇਰ ਮੁਹੰਮਦ ਖਾਂ ਹੈ ਉਹ ਫੌਜ ਦੇ ਸਮੇਤ ਮਾਰਿਆ ਜਾਂਦਾ, ਕੁਛ ਫੌਜ ਹੈ ਜਿਹੜੀ ਭੱਜ ਜਾਂਦੀ ਹੈ। ਫਿਰ ਬੰਦਾ ਬਹਾਦਰ ਜਿਹੜਾ ਹੈਗਾ ਸਰਹੰਦ ਦੇ ਵੱਲ ਵੱਧਦਾ ਰੋਪੜ ਤੋਂ, ਤਾਂ ਚੱਪੜਚਿੜੀ ਦੇ ਸਥਾਨ ਤੇ ਪਹੁੰਚ ਜਾਂਦਾ ਬੰਦਾ ਬਹਾਦਰ। ਇਹ 16 ਕਿਲੋਮੀਟਰ ਦਾ ਵਕਫਾ ਹੈ ਸਰਹੰਦ ਤੋਂ, 16 ਕਿਲੋਮੀਟਰ ਪਿੱਛੇ ਹੈ ਚੱਪੜਚਿੜੀ ਦਾ ਸਥਾਨ, ਜਿੱਥੇ ਯਾਦਗਾਰ ਬਣੀ ਹੈਗੀ ਪਿਛਲੇ ਸਾਲਾਂ ਦੇ ਵਿੱਚ ਚੱਪੜਚਿੜੀ ਦੀ, ਠੀਕ ਹੈ, ਬੰਦਾ ਬਹਾਦਰ ਦੀ ਯਾਦਗਾਰ ਬਣੀ ਹੋਈ ਹੈ। ਗੂਗਲ ਤੇ ਸਰਚ ਮਾਰ ਕੇ ਤੁਸੀਂ ਦੇਖ ਸਕਦੇ ਹੋ ਉਹ ਯਾਦਗਾਰ ਨੂੰ, ਜੇਕਰ ਨਹੀਂ ਦੇਖੀ। ਅੱਗੇ ਹੈ ਜੀ ਚੱਪੜਚਿੜੀ ਦੀ ਲੜਾਈ ਹੈ ਜਿਹੜੀ, ਤੇ ਸਰਹੰਦ ਤੇ ਕਬਜ਼ਾ। ਸਰਹੰਦ ਦੇ ਵਿੱਚ ਜਦੋਂ ਵਜ਼ੀਰ ਖਾਂ ਹੈ ਜਿਹੜਾ, ਉਹਦੇ ਤੇ ਅਟੈਕ ਕਰਨ ਦੇ ਲਈ ਬੰਦਾ ਬਹਾਦਰ ਅੱਗੇ ਵੱਧਦਾ ਹੈ, ਤਾਂ ਚੱਪੜਚਿੜੀ ਦੇ ਸਥਾਨ ਤੇ ਜਿਹੜਾ ਹੈਗਾ ਮੈਦਾਨ, ਖੁੱਲਾ ਮੈਦਾਨ ਹੁੰਦਾ ਹੈ, ਤਾਂ ਇੱਥੇ ਜਿਹੜਾ ਵਜ਼ੀਰ ਖਾਂ ਹੈ ਉਹ ਆਪਦੀ ਫੌਜ ਲੈ ਕੇ ਪਹੁੰਚ ਜਾਂਦਾ ਹੈ, ਮੁਗਲ ਫੌਜ, ਤੇ ਇਧਰੋਂ ਬੰਦਾ ਬਹਾਦਰ ਹੁੰਦਾ। ਤਾਂ ਫਿਰ ਇੱਥੋਂ ਜਿਹੜਾ ਹੈਗਾ ਇੱਕ ਭਿਆਨਕ ਯੁੱਧ ਹੁੰਦਾ, ਉਹ ਯੁੱਧ ਜਿਹੜਾ ਇਤਿਹਾਸਕ ਪੱਖੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ। 22 ਮਈ 1710 ਈਸਵੀ ਨੂੰ ਚੱਪੜਚਿੜੀ ਦੇ ਸਥਾਨ ਤੇ ਯੁੱਧ ਹੁੰਦਾ ਜੀ, ਜਿਹਦੇ ਵਿੱਚ ਬੰਦਾ ਬਹਾਦਰ ਜੇਤੂ ਹੁੰਦਾ ਹੈ, ਤੇ ਸਰਹੰਦ ਦਾ ਵਜ਼ੀਰ ਹੈ ਜਿਹੜਾ, ਉਹਨੂੰ ਫਤਿਹ ਸਿੰਘ ਹੈ। ਜਦੋਂ ਇਹ ਬੰਦਾ ਬਹਾਦਰ ਲੜ ਰਿਹਾ ਹੁੰਦਾ ਤਾਂ ਵਜ਼ੀਰ ਖਾਂ ਹੈ ਜਿਹੜਾ, ਠੀਕ ਹੈ ਜੀ, ਇਹ ਅਟੈਕ ਕਰਨ ਲੱਗਦਾ ਹੁੰਦਾ ਬੰਦਾ ਬਹਾਦਰ ਤੇ ਪਿੱਠ ਪਿੱਛੇ ਦੀ। ਤਾਂ ਫਤਿਹ ਸਿੰਘ ਜਿਹੜਾ ਉੱਥੇ ਹੁੰਦਾ ਹੈ ਕੋਲੇ, ਉਹ ਵੀ ਲੜ ਰਿਹਾ ਹੁੰਦਾ ਹੈ, ਤਾਂ ਫਤਿਹ ਸਿੰਘ ਜਿਹੜਾ ਹੈਗਾ ਵਜ਼ੀਰ ਸਿੰਘ ਦੇ ਆਪਣੀ ਤਲਵਾਰ ਦੇ ਨਾਲ ਇੰਨੇ ਜ਼ੋਰ ਦੀ ਵਾਰ ਕਰਦਾ ਕਿ ਜਿਹੜਾ ਉਹਦਾ ਸਿਰ ਹੈ ਉਹ ਧੜ ਤੋਂ ਅਲੱਗ ਕਰ ਦਿੰਦਾ ਹੈ। ਤਾਂ ਭਾਵ ਕੀ ਹੈ ਕਿ ਵਜ਼ੀਰ ਖਾਂ ਨੂੰ ਕਿਸ ਨੇ ਮਾਰਿਆ, ਤਾਂ ਉਹ ਫਤਿਹ ਸਿੰਘ ਨੇ ਮਾਰਿਆ, ਤੇ ਬੰਦਾ ਬਹਾਦਰ ਦੀ ਅਗਵਾਈ ਚ ਜਿਹੜੀ ਇਹ ਸਾਰੀ ਸਿੱਖ ਕੌਮ ਹੈ ਉਹ ਲੜਾਈ ਜਿੱਤ ਜਾਂਦੀ ਹੈ, ਸਾਰੀ ਸਿੱਖ ਫੌਜ ਹੈ ਜਿਹੜੀ ਉਹ ਜੇਤੂ ਹੁੰਦੀ ਹੈ। ਇੱਥੇ ਕੁਝ ਇਤਿਹਾਸਕਾਰਾਂ ਨੇ ਲਿਖਿਆ ਬੁੱਕਸ ਦੇ ਵਿੱਚ ਕਿ ਵਜ਼ੀਰ ਖਾਂ ਨੂੰ ਫਿਰ ਉੱਥੋਂ ਜਿਹੜਾ ਹੈਗਾ ਪੈਰਾਂ 'ਚ ਰੱਸਾ ਪਾ ਕੇ ਘੜੀਸ ਕੇ ਲਿਆਂਦਾ ਜਾਂਦਾ ਚੱਪੜਚਿੜੀ ਤੋਂ ਸਰਹੰਦ ਤੱਕ। ਕੁਝ ਕੁ ਇਤਿਹਾਸਕਾਰ ਲਿਖਦੇ ਆ, ਖਾਸ ਕਰਕੇ ਜਿਹੜਾ ਖਫੀ ਖਾਂ ਹੈਗਾ ਉਹ ਇੱਕ ਮੁਗਲ ਇਤਿਹਾਸਕਾਰ ਹੈ, ਉਹ ਬਹੁਤ ਜ਼ਿਆਦਾ ਇਹਨੂੰ ਜ਼ਾਲਮਾਨਾ ਢੰਗ ਦੇ ਵਿੱਚ ਪੇਸ਼ ਕਰਦਾ ਵੀ ਉਹਨਾਂ ਨੇ ਐਂ ਕੀਤਾ, ਲੋਕਾਂ ਦੇ ਘਰ ਢਾਹ ਤੇ ਅੱਗਾਂ ਲਾਤੀਆਂ, ਮੁਸਲਮਾਨਾਂ ਨੂੰ ਨਹੀਂ ਛੱਡਿਆ ਹਨਾ। ਕਿਤੇ ਉਹ ਲਿਖੀ ਜਾਂਦਾ ਵੀ ਜਿਹੜੇ ਹੈਗੇ ਆ ਲੋਕ ਉੱਥੋਂ ਕੱਪੜਿਆਂ ਤੋਂ ਬਿਨਾਂ ਤੇ ਆਪਦੇ ਸਰੀਰ ਤੋਂ ਬਿਨਾਂ ਕੁਝ ਹੋਰ ਲੈ ਕੇ ਭੱਜ ਨਹੀਂ ਸਕੇ, ਵੀ ਇੰਨੀ ਭਗਦੜ ਮੱਚੀ ਸਰਹੰਦ ਦੇ ਵਿੱਚ। ਕੁਝ ਇਤਿਹਾਸਕਾਰ ਹੈ ਜਿਹੜੇ ਉਹਨੂੰ ਨਕਾਰਦੇ ਆ ਕਿ ਉਹਨੇ ਗੱਲਾਂ ਵਧਾ ਚੜਾ ਕੇ ਲਿਖੀਆਂ। ਤਾਂ ਖਫੀ ਖਾਂ ਵਿੱਚ ਲਿਖਦਾ ਹੈਗਾ ਨਾ ਵੀ ਵਜ਼ੀਰ ਖਾਂ ਨੂੰ ਘੜੀਸਿਆ ਗਿਆ। ਫਿਰ ਕੁਝ ਇਤਿਹਾਸਕਾਰ ਹੋਰ ਵੀ ਹੈ ਜਿਹੜੇ ਲਿਖਦੇ ਆ ਕਿ ਵੀ ਜਿਹੜਾ ਵਜ਼ੀਰ ਖਾਂ ਹੈ ਉਹਦੀ ਲਾਸ਼ ਨੂੰ ਜਿਹੜਾ ਹੈਗਾ ਦਰਖਤਾਂ ਦੇ ਉੱਪਰ ਲਟਕਾ ਦਿੱਤਾ ਜਾਂਦਾ ਚਿੜੀਆਂ ਜਨੌਰਾਂ ਦੇ ਖਾਣ ਦੇ ਲਈ, ਪੁੱਠਾ ਕਰਕੇ। ਤੇ ਫਿਰ ਇਸੇ ਤਰ੍ਹਾਂ ਜਿਹੜੀ ਹੈਗੀ ਹੈ ਸਰਹੰਦ ਦੇ ਵਿੱਚ ਦਾਖਲ ਹੁੰਦਾ ਬੰਦਾ ਬਹਾਦਰ। ਸਰਹੰਦ ਦੇ ਵਿੱਚ ਇਹ ਤਾਂ ਜ਼ਰੂਰ ਹੈ ਕਿ ਸਰਹੰਦ ਦੀ ਇੱਟ ਨਾਲ ਇੱਟ ਤਾਂ ਖੜਕਾਈ ਹੈ ਬੰਦਾ ਸਿੰਘ ਬਹਾਦਰ ਨੇ, ਜਿਹੜੀ ਸਰਹੰਦ ਸੀ ਉਹਦੀ ਇੱਟ ਨਾਲ ਇੱਟ ਖੜਕਾਈ ਹੈ ਨਾ। ਉਹ ਉੱਥੇ ਇੰਨੇ ਜ਼ਿਆਦਾ ਭਾਵ, ਜਿੰਨੇ ਵੀ ਮੁਗਲ ਸਾਮਰਾਜ ਦੇ ਸਪੋਰਟਰ ਸੀਗੇ ਆਪਾਂ ਕਹਿ ਲਓ, ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ ਕਤਲ ਕੀਤਾ ਗਿਆ, ਉਹਨਾਂ ਨੂੰ ਸਾਰਿਆਂ ਨੂੰ ਉੱਥੋਂ ਭਜਾਇਆ ਗਿਆ ਜਾਂ ਉਹਨਾਂ ਨੂੰ ਮਾਰਿਆ ਗਿਆ। ਉਹਨਾਂ ਕੋਲੇ ਦੋ ਰਸਤੇ ਸੀ, ਜਾਂ ਤਾਂ ਆਪਦੀ ਜਾਨ ਬਚਾ ਕੇ ਭੱਜਦੇ ਤੇ ਜਾਂ ਫਿਰ ਉੱਥੇ ਲੜ ਕੇ ਮਰ ਜਾਂਦੇ, ਹੋਰ ਉਹਨਾਂ ਕੋਲੇ ਕੋਈ ਤੀਜੀ ਆਪਸ਼ਨ ਨਹੀਂ ਸੀ। ਸੋ ਜਿਹੜੇ ਜ਼ਿਆਦਾਤਰ ਲੋਕ ਹੈ ਇਸਲਾਮ ਦੇ ਸਾਮਰਾਜ ਦੇ ਪ੍ਰਚਾਰਕ ਸੀ ਜਾਂ ਪ੍ਰਸ਼ੰਸਕ ਸੀ ਜਾਂ ਅਹੁਦੇਦਾਰ ਸੀ, ਉਹਨਾਂ ਨੂੰ ਇੱਥੇ ਕਤਲ ਦੇ ਜਿਹੜਾ ਹੈਗਾ ਉਹਨਾਂ ਨੂੰ ਕਤਲ ਕੀਤਾ ਗਿਆ। ਇਹਨਾਂ ਦੇ ਵਿੱਚੋਂ ਇੱਕ ਸੀਗਾ ਸੁੱਚਾ ਨੰਦ, ਜਿਹੜਾ ਛੋਟੇ ਸਾਹਿਬਜ਼ਾਦਿਆਂ ਦੇ ਪੇਸ਼ੀਆਂ ਵੇਲੇ ਨਾ ਬਹੁਤ ਜਿਹੜਾ ਹੈਗਾ ਗਲਤ ਰੋਲ ਅਦਾ ਕਰਦਾ ਆਪਦਾ, ਉਹਨਾਂ ਨੂੰ ਸਜ਼ਾ ਦਿਵਾਉਣੀ ਚਾਹੁੰਦਾ ਹੁੰਦਾ, ਗੁਰੂ ਗੋਬਿੰਦ ਸਿੰਘ ਨੂੰ ਆਪਣਾ ਦੁਸ਼ਮਣ ਮੰਨਦਾ ਹੁੰਦਾ। ਤੇ ਇਸ ਕਰਕੇ ਜਿਹੜੀ ਹੈਗੀ ਹੈ ਉਹਦੀ ਵੀ ਕਾਫੀ ਜ਼ਿਆਦਾ ਸਪੋਰਟ ਹੁੰਦੀ ਹੈ ਉਕਸਾਉਣ ਦੇ ਵਿੱਚ ਵਜ਼ੀਰ ਖਾਂ ਨੂੰ, ਵੀ ਤੂੰ ਐਂ ਕਰਦੇ ਤੂੰ ਐਂ ਕਰਦੇ ਹਨਾ, ਵੀ ਪਾਸੇ ਖੜਾ ਜਿਹੜਾ ਹੈਗਾ ਉਹਨਾਂ ਨੂੰ ਸਾਜ਼ਿਸ਼ਾਂ ਰਚਦਾ ਹੁੰਦਾ। ਤਾਂ ਇਹ ਸਾਰੀਆਂ ਰਿਪੋਰਟਾਂ ਹੁਣ ਬੰਦਾ ਬਹਾਦਰ ਕੋਲ ਹੁੰਦੀਆਂ ਕਿ ਕਿਹਨੇ ਕੀ ਕੀਤਾ, ਕਿਹਨੇ ਕੀ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਨਾਲ, ਉਹਨਾਂ ਦੇ ਸਾਹਿਬਜ਼ਾਦਿਆਂ ਦੇ ਨਾਲ, ਮਾਤਾ ਗੁਜਰੀ ਦੇ ਨਾਲ। ਤਾਂ ਫਿਰ ਇਹ ਜਿਹੜੀਆਂ ਰਿਪੋਰਟਾਂ, ਫਿਰ ਬੰਦਾ ਬਹਾਦਰ ਇਹਦੇ ਤੇ ਵੀ ਬਹੁਤ ਜ਼ਿਆਦਾ ਅਤਿਆਚਾਰ ਕਰਦਾ ਹੈ,
ਇਹ ਲੋਕਾਂ ਦੇ ਵਿੱਚ ਛੱਡਿਆ ਜਾਂਦਾ ਇਹਨੂੰ, ਸੁੱਚਾਨੰਦ ਨੂੰ। ਇਹਦੇ ਜੁੱਤੀਆਂ ਮਾਰ ਮਾਰ ਕੇ ਜਿਹੜਾ ਹੈਗਾ ਇਹਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ। ਮੌਜੂਦਾ ਟਾਈਮ ਦੇ ਵਿੱਚ ਵੀ ਉੱਥੇ ਜੁੱਤੀਆਂ ਮਾਰਦੇ ਆ ਲੋਕ, ਜਿੱਥੇ ਇਹਦੀ ਕਬਰ ਬਣੀ ਹੋਈ ਹੈ। ਅੱਗੇ ਹੈ ਜੀ ਬਾਜ ਸਿੰਘ। ਬਾਜ ਸਿੰਘ ਨੂੰ ਸਰਹਿੰਦ ਦਾ ਹਾਕਮ ਤੇ ਅਲੀ ਸਿੰਘ ਨੂੰ ਨਾਇਬ ਲਾਇਆ ਜਾਂਦਾ ਹੈ। ਨਾਇਬ ਹੁੰਦਾ ਇੱਕ ਤਰ੍ਹਾਂ ਨਾਲ ਉਹਦਾ ਸਲਾਹਕਾਰ, ਉਹਦਾ ਮਦਦਗਾਰ, ਹਨਾ, ਜਾਂ ਆਪਾਂ ਸਕੱਤਰ ਕਹਿ ਲਓ। ਬਾਜ ਸਿੰਘ ਆ ਜਿਹੜਾ ਉਹ ਸਰਹੰਦ ਦਾ ਹਾਕਮ ਨਿਯੁਕਤ ਹੁੰਦਾ। ਬੰਦਾ ਬਹਾਦਰ ਦੇ ਵਿੱਚ ਇੱਕ ਖੂਬੀ ਇਹ ਸੀ ਕਿ ਉਹਨੇ ਸਿੱਖ ਰਾਜ ਕਾਇਮ ਕੀਤਾ, ਪਰ ਆਪ ਕੋਈ ਅਹੁਦਾ ਨਹੀਂ ਲਿਆ। ਇਹ ਨਹੀਂ ਵੀ ਉਹ ਆਪ ਰਾਜਾ ਬਣ ਗਿਆ ਨਾ ਜਾਂ ਮਹਾਰਾਜਾ ਬਣ ਗਿਆ। ਉਹਨੇ ਜਿੰਨੇ ਵੀ ਉਹਦੇ ਨਾਲ ਸਾਥੀ ਸਿੰਘ ਸੀ, ਪੰਜ ਪਿਆਰਿਆਂ ਦੇ ਵਿੱਚੋਂ ਸੀ, ਜਾਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਸ਼ਵਾਸ ਪਾਤਰ ਸਿੰਘ ਸੀ, ਜਿਵੇਂ ਬਾਜ ਸਿੰਘ, ਅਲੀ ਸਿੰਘ ਵਰਗੇ, ਤਾਂ ਇਹਨਾਂ ਨੂੰ ਵੀ ਉਹਨੇ ਜਿਹੜਾ ਹੈਗਾ ਅਹੁਦੇਦਾਰੀਆਂ ਦਿੱਤੀਆਂ। ਇਹਨਾਂ ਨੂੰ ਹੀ ਜਿਹੜੇ ਚਾਰਜ ਆ ਉਹ ਸੰਭਾਲੇ। ਆਪ ਤਾਂ ਉਹ ਜੰਗਾਂ ਯੁੱਧਾਂ ਦੇ ਵਿੱਚ ਹੀ ਰਿਹਾ, ਜਿਹੜੀਆਂ ਲੜਾਈਆਂ ਲੜਦਾ ਰਿਹਾ ਮੁਗਲਾਂ ਦੇ ਨਾਲ ਜਾਂ ਪਹਾੜੀ ਰਾਜਿਆਂ ਦੇ ਨਾਲ। ਅੱਗੇ ਹੈ ਜੀ ਰਾਮ ਸਿੰਘ, ਜਿਹੜਾ ਹੈਗਾ ਬਾਜ ਸਿੰਘ ਦਾ ਭਰਾ, ਤੇ ਵਿਨੋਦ ਸਿੰਘ ਹੈ। ਇਹਨਾਂ ਨੂੰ ਥਾਨੇਸਰ, ਜਿਹਨੂੰ ਆਪਾਂ ਹੁਣ ਥਾਨੇਸ਼ਵਰ ਕਹਿੰਦੇ ਆ, ਹਨਾ, ਥਾਨੇਸਰ ਦਾ ਪ੍ਰਬੰਧ ਸੌਂਪਿਆ ਜਾਂਦਾ। ਫਿਰ ਬੰਦਾ ਬਹਾਦਰ ਹੈ ਜਿਹੜਾ ਉਹ ਸੰਢੌਰਾ ਤੇ ਨਹਾਣ ਦੇ ਵਿਚਕਾਰ ਮਖਲਿਸਪੁਰ ਨਾਮੀ ਇੱਕ ਪਹਾੜੀ ਸਥਾਨ ਹੈ, ਜਿੱਥੇ ਸਿੱਖ ਰਾਜ ਦੀ ਰਾਜਧਾਨੀ ਬਣਦੀ ਹੈ। ਪਹਿਲੀ ਰਾਜਧਾਨੀ ਸਿੱਖ ਸਾਮਰਾਜ ਦੀ ਮਖਲਿਸਪੁਰ ਨਾਮੀ ਸਥਾਨ ਤੇ ਬਣਦੀ ਹੈ। ਤੇ ਇੱਥੇ ਮਖਲਿਸਪੁਰ ਹੈ ਜਿਹੜਾ, ਇੱਥੇ ਹੀ ਇੱਕ ਫਿਰ ਕਿਲਾ ਉਸਾਰਿਆ ਜਾਂਦਾ ਹੈ, ਜਿਹਦਾ ਨਾਂ ਲੋਹਗੜ੍ਹ ਰੱਖਿਆ ਜਾਂਦਾ ਹੈ। ਠੀਕ ਹੈ ਜੀ। ਤਾਂ ਸਿੱਖ ਧਰਮ ਦਾ ਜਾਂ ਸਿੱਖ ਰਾਜ ਦਾ ਇਹ ਕਿਲਾ, ਪਹਿਲਾ ਕਿਲਾ ਤੇ ਰਾਜਧਾਨੀ ਮਖਲਿਸਪੁਰ, ਇਹਨੂੰ ਯਾਦ ਜ਼ਰੂਰ ਰੱਖਣਾ, ਕੁਐਸਚਨ ਆ ਸਕਦਾ ਹੁੰਦਾ ਹੈ। ਅੱਗੇ ਹੈ ਜੀ ਬੰਦਾ ਬਹਾਦਰ ਨੇ ਇੱਥੇ ਫਿਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਜਾਰੀ ਕੀਤੇ ਹੈਗੇ। ਜਿਹੜੇ ਹੈਗੇ ਆ ਸੋਨੇ ਦੇ ਸਿੱਕੇ ਸੀ। ਇਹ ਨਾਨਕ ਸ਼ਾਹੀ ਤੇ ਗੋਬਿੰਦ ਸ਼ਾਹੀ, ਇਹਨਾਂ ਸਿੱਕਿਆਂ ਨੂੰ ਇਹਨਾਂ ਦੇ ਨਾਵਾਂ ਨਾਲ ਜਾਣਿਆ ਜਾਂਦਾ ਸੀ। ਇਹਨਾਂ ਦੇ ਉੱਪਰ ਨਾਨਕ ਸ਼ਾਹੀ ਤੇ ਗੋਬਿੰਦ ਸ਼ਾਹੀ ਉਕਰਿਆ ਹੋਇਆ, ਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਦੇਵ ਜੀ ਦੀ ਇਮੇਜ, ਜਾਂ ਆਪਾਂ ਕਹਿ ਸਕਦੇ ਹਾਂ ਕਿ ਫੋਟੋ ਉਕਰੀ ਹੋਈ ਹੈਗੀ ਕਲਾਕਿਰਤੀ ਦੇ ਰੂਪ ਦੇ ਵਿੱਚ। ਗੂਗਲ ਤੇ ਇਹਦੀ ਤੁਸੀਂ ਵੀਡੀਓ ਦੇਖ ਸਕਦੇ ਹੋ। ਅੱਗੇ ਹੈ ਜੀ ਬੰਦਾ ਬਹਾਦਰ ਨੇ ਜ਼ਮੀਂਦਾਰੀ ਪ੍ਰਥਾ ਹੈ ਜਿਹੜੀ ਉਹ ਖਤਮ ਕਰਕੇ ਬਾਹੀਕਾਰਾਂ ਨੂੰ ਜ਼ਮੀਨ ਜਾਂ ਧਰਤੀ ਦੇ ਮਾਲਕ ਬਣਾਇਆ। ਹੁਣ ਇੱਥੇ ਜ਼ਮੀਂਦਾਰੀ ਪ੍ਰਥਾ ਕੀ ਹੈ ਕਿ ਇੱਕ ਠੇਕੇਦਾਰ ਹੈ, ਠੇਕੇਦਾਰੀ ਸਿਸਟਮ ਹੈ ਕਿ ਇੱਕ ਬੰਦਾ ਕੋਈ ਉਹ ਮਾਲਕ ਹੈ ਹਜ਼ਾਰਾਂ ਕਿੱਲਿਆਂ ਦਾ, ਹਜ਼ਾਰਾਂ ਏਕੜ ਦਾ ਉਹ ਮਾਲਕ ਹੈ, ਤੇ ਦੂਜੇ ਸਾਰੇ ਜਿਨ੍ਹਾਂ ਕੋਲੇ ਭੂਮੀ ਹੈ ਨਹੀਂ, ਉਹ ਉਹਨਾਂ ਤੋਂ ਉੱਥੇ ਕੰਮ ਕਰਾਉਂਦਾ, ਉੱਥੇ ਅਨਾਜ ਉਗਾਉਂਦਾ, ਹੋਰ ਜੋ ਕੁਛ ਵੀ ਉਸ ਟਾਈਮ ਤੇ ਫਸਲਾਂ ਹਨ ਉਹ ਉਗਾਈਆਂ ਜਾਂਦੀਆਂ, ਤੇ ਉਹਨਾਂ ਨੂੰ ਉਹ ਸਿਰਫ ਕੀ ਹੈ ਮਜ਼ਦੂਰੀ ਦੇ ਦਿੰਦਾ ਜਿੰਨੀ ਵੀ ਉਹਦੀ ਇੱਛਾ ਕਰਦੀ ਹੈ। ਤੇ ਮਜ਼ਦੂਰੀ ਉਸ ਟਾਈਮ ਤੇ ਖਾਸ ਕਰਕੇ ਖਾਣ ਤੋਂ, ਉਹਨਾਂ ਕਣਕ ਤੋਂ ਬਿਨਾਂ ਹੋਰ ਕੁਛ ਨਹੀਂ ਹੁੰਦੀ, ਵੀ ਉਹਨਾਂ ਨੂੰ ਕਣਕ ਦੇਤੀ, ਗੱਟਾ ਦੇਤੇ, 2 ਗੱਟੇ, ਜਿੰਨਾ ਵੀ ਸਿਸਟਮ ਸੀ, ਹਨਾ। ਤਾਂ ਭਾਵ ਕੀ ਹੈ, ਧੱਕੇ ਨਾਲ ਕੰਮ ਕਰਾਉਂਦੇ ਹੁੰਦੇ ਆ। ਜ਼ਿਮੀਂਦਾਰੀ ਪ੍ਰਥਾ ਮੁਗਲ ਸਾਮਰਾਜ ਦੀ ਦੇਣ ਹੈ, ਸਮਤਵਾਦ ਜਦੋਂ ਉਹ ਲਾਗੂ ਕਰਦੇ ਆ ਨਾ, ਉਸ ਤੋਂ ਬਾਅਦ ਚ ਜ਼ਿਮੀਂਦਾਰੀ ਪ੍ਰਥਾ ਜਿਹੜੀ ਉਹ ਸਟੈਬਲਿਸ਼ ਹੁੰਦੀ ਹੈ। ਤਾਂ ਜਿਹੜੀ ਇਹ ਜ਼ਿਮੀਂਦਾਰ ਪ੍ਰਥਾ ਹੈ, ਫਿਰ ਇਹਨੂੰ ਖਤਮ ਕਰਕੇ ਜਿਹੜੇ ਹੈਗੇ ਜ਼ਮੀਨਾਂ ਦੇ ਕਬਜ਼ੇ ਆ, ਜਿਹੜੇ ਉੱਥੇ ਕਿਸਾਨੀ ਮਿਹਨਤਾਂ ਕਰਦੇ ਹੁੰਦੇ ਆ, ਮਜ਼ਦੂਰੀਆਂ ਕਰਦੇ ਹੁੰਦੇ ਆ, ਤਾਂ ਉਹਨਾਂ ਨੂੰ ਫਿਰ ਇਹ ਮਾਲਕ ਬਣਾ ਦਿੰਦਾ ਬੰਦਾ ਬਹਾਦਰ। ਸਭ ਤੋਂ ਵੱਡਾ ਕੰਮ ਹੈ, ਜਦੋਂ ਹੁਣ ਆਪਣੀ ਕਿਸਾਨ ਮੂਵਮੈਂਟ ਚੱਲੀ ਆ, ਤਾਂ ਤੁਸੀਂ ਸੁਣਿਆ ਹੋਊਗਾ ਜਿਹੜੇ ਕਿਸਾਨ ਨੇਤਾ ਹੈ, ਤੇ ਜਾਂ ਸੋਸ਼ਲ ਮੀਡੀਆ ਤੇ ਨਾ, ਜਾਂ ਕਿਸੇ ਵੀ ਸਾਧਨ ਦੇ ਨਾਲ, ਕਿ ਵੀ ਸਾਨੂੰ ਤਾਂ ਜ਼ਮੀਨਾਂ ਦੇ ਜਿਹੜੇ ਵਾਰਸ ਹੈ ਬਣਾਉਣ ਵਾਲਾ ਮੋਦੀ ਤੂੰ ਨਹੀਂ, ਵੀ ਤੂੰ ਹੱਕਦਾਰ ਨਹੀਂ ਸੀ, ਤਾਂ ਬੰਦਾ ਬਹਾਦਰ ਦੀਆਂ ਦਿੱਤੀਆਂ ਜ਼ਮੀਨਾਂ ਵਾਹ ਰਹੇ ਆ, ਵੀ ਇਹ ਤੂੰ ਸਾਥੋਂ ਖੋਹ ਨਹੀਂ ਸਕਦਾ, ਹਨਾ। ਇਹੋ ਜਿਹੇ ਜਿਹੜੇ ਭਾਸ਼ਣ ਸੁਣੇ ਹੋਣਗੇ ਤਾਂ ਤੁਸੀਂ, ਜੇ ਉਹਦੇ ਵਿੱਚ ਧਿਆਨ ਰੱਖਿਆ ਮੋਰਚੇ 'ਚ, ਤਾਂ ਇਹ ਚੀਜ਼ ਤਾਂ ਕਰਕੇ ਹੈ ਕਿਉਂਕਿ ਬੰਦਾ ਬਹਾਦਰ ਉਹ ਸ਼ਖਸੀਅਤ ਹੈ ਜਿਹਨੇ ਆਪਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਹਨਾ, ਜਿਹਨੇ ਲੋਕਾਂ ਦੇ ਵਿੱਚ ਜ਼ਮੀਨਾਂ ਵੰਡੀਆਂ। ਨਹੀਂ, ਪਹਿਲਾਂ ਸਾਰੇ ਨੌਕਰੀ ਸੀਗੇ, ਜ਼ਮੀਨਾਂ ਦੇ ਮਾਲਕ ਸ਼ਾਹੂਕਾਰ ਜਾਂ ਕਹਿ ਲਓ, ਜਾਂ ਜ਼ਿਮੀਂਦਾਰ ਕਹਿ ਲਓ, ਜਾਂ ਉਹ ਘਰਾਣਾ ਸੀ ਜਿਹੜਾ ਰਜਵਾੜਾ ਸ਼ਾਹੀ ਦਾ ਆਪਦਾ ਘਰਾਣਾ ਸੀ। ਜਿਵੇਂ ਹੁਣ ਮੋਦੀ ਦਾ ਅੰਬਾਨੀ ਅਡਾਨੀ ਹੈ, ਉਵੇਂ ਜਿਹੜੇ ਉਦੋਂ ਦੇ ਅੰਬਾਨੀ ਅਡਾਨੀ ਸੀ ਉਹ ਮਾਲਕ ਸੀਗੇ, ਤੇ ਉਹਨਾਂ ਤੋਂ ਖੋਹ ਕੇ ਲੋਕਾਂ ਦੇ ਵਿੱਚ ਵੰਡੀਆਂ ਸੀ। ਅੱਗੇ ਦੇਖੋ ਜੀ, ਗੰਗਾ ਜਮਨਾ ਦੇ ਇਲਾਕਿਆਂ ਦੀ ਜਿੱਤ, ਜਲਾਲਾਬਾਦ ਤੋਂ ਫੌਜਦਾਰ ਜਲਾਲ ਖਾਨ ਨੂੰ ਹਰਾਇਆ ਗਿਆ। ਸਹਾਰਨਪੁਰ ਦਾ ਇਲਾਕਾ ਫਿਰ ਜਿੱਤਿਆ ਜਾਂਦਾ ਹੈ, ਤੇ ਇਹਦਾ ਨਾਂ ਬਦਲ ਕੇ ਜਿਹੜਾ ਹੈਗਾ ਭਾਗਨਗਰ ਰੱਖਿਆ ਜਾਂਦਾ ਬੰਦਾ ਸਿੰਘ ਬਹਾਦਰ ਦੁਆਰਾ। ਕਈ ਵਾਰੀ ਕੁਐਸਚਨ ਆ ਜਾਂਦਾ ਕਿ ਭਾਗਨਗਰ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਲਾਕਾ ਕਿਹੜਾ ਸੀ, ਤਾਂ ਸਹਾਰਨਪੁਰ ਆ ਉਹ। ਬਿਹਾਂਤ ਆ ਜਿਹੜਾ, ਬਿਹਾਂਤ ਦੇ ਪੀਰਜ਼ਾਦੇ ਆ ਜਿਹੜੇ, ਉਹ ਵੀ ਬਹੁਤ ਅਤਿਆਚਾਰੀ ਹੁੰਦੇ ਆ, ਉਹਨਾਂ ਨੂੰ ਹਰਾਇਆ ਜਾਂਦਾ ਹੈ। ਅੰਬੇਤਾ ਦਾ ਇਲਾਕਾ ਜਿੱਤਿਆ ਜਾਂਦਾ ਹੈ। 21 ਜੁਲਾਈ 1710 ਈਸਵੀ ਨੂੰ ਨਨੌਤਾ ਹੈ ਜਿਹੜਾ ਬਹੁਤ ਵੱਡਾ ਇਲਾਕਾ ਹੁੰਦਾ, ਰਿਆਸਤ ਹੁੰਦੀ ਹੈ, ਇਸ ਤੇ ਹਮਲਾ ਕੀਤਾ ਜਾਂਦਾ ਮੁਗਲਾਂ ਦੀ ਰਿਆਸਤ, ਤੇ ਇੱਥੇ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਚ ਜਿਹੜਾ ਹੈਗਾ ਨਨੌਤਾ ਤੋਂ ਰਾਹੋਂ ਜਾਂਦੇ ਆ ਜਦੋਂ,
ਬੰਦਾ ਬਹਾਦਰ ਤੇ ਸੁਲਤਾਨਪੁਰ ਦੇ ਨਜ਼ਦੀਕ ਹੈ। ਇੱਥੇ ਸਿੱਖਾਂ ਤੇ ਮੁਗਲਾਂ ਦੇ ਵਿੱਚ ਭਾਰੀ ਝੜਪ ਹੁੰਦੀ ਹੈ, ਕਿਉਂਕਿ ਮੁਗਲ ਫੌਜ ਫਿਰ ਟੱਕਰਦੀ ਹੈ ਨਾ ਵੀ ਆਪਾਂ ਆਪਣੇ ਤੇ ਕਬਜ਼ਾ ਕਰੀ ਜਾਂਦਾ। ਤਾਂ ਜਦੋਂ ਟੱਕਰਦੀ ਹੈ ਤੇ 2 ਦਿਨ ਯੁੱਧ ਚੱਲਦਾ, 11 ਤੇ 12 ਅਕਤੂਬਰ 1710 ਈਸਵੀ ਨੂੰ, ਜਿਹਦੇ ਵਿੱਚ ਬੰਦਾ ਬਹਾਦਰ ਜੇਤੂ ਹੁੰਦਾ ਹੈ। ਤਾਂ ਇਹ ਰਾਹੋਂ ਦੀ ਲੜਾਈ ਦੇ ਨਾਲ ਮਸ਼ਹੂਰ ਹੈ, ਇਹ 12 ਅਕਤੂਬਰ ਦਾ ਯੁੱਧ, ਜਿਹਦੇ ਵਿੱਚ ਬੰਦਾ ਬਹਾਦਰ ਜਿੱਤਦਾ ਹੈ। ਇਸ ਤੋਂ ਬਾਅਦ ਜਿਹੜੇ ਹੈਗੇ ਆ ਜੀ, ਬੰਦਾ ਬਹਾਦਰ ਉਹਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਅੰਮ੍ਰਿਤਸਰ, ਬਟਾਲਾ, ਕਲਾਨੌਰ, ਪਠਾਨਕੋਟ, ਜਿਹੜੇ ਮਾਝੇ ਤੇ ਆਪਣੇ ਦੁਆਬੇ ਦੇ ਇਲਾਕੇ ਹੈ, ਇਹਨਾਂ ਨੂੰ ਸਾਰਿਆਂ ਨੂੰ ਜਿੱਤਿਆ। ਫਿਰ ਲਾਹੌਰ ਦੇ ਸੂਬੇਦਾਰ ਅਸਲਮ ਖਾਂ ਜਿਹੜਾ, ਉਹਨੇ ਹੈਦਰੀ ਝੰਡੇ ਦੇ ਹੇਠ ਸਿੱਖਾਂ ਦੇ ਵਿਰੁੱਧ ਧਰਮ ਯੁੱਧ ਦਾ ਐਲਾਨ ਕੀਤਾ। ਜਦੋਂ ਲਾਹੌਰ ਦਾ ਸੂਬੇਦਾਰ ਜਿਹੜਾ ਅਸਲਮ ਖਾਂ ਹੈ, ਉਹ ਦੇਖਦਾ ਕਿ ਪੰਜਾਬ ਤੱਤ ਹੋ ਗਿਆ, ਪੰਜਾਬ ਦੇ ਲਗਭਗ ਜਿਹੜਾ ਮਾਝਾ ਤੇ ਦੁਆਬਾ ਉਹ ਸਾਰਾ ਮੁਗਲ ਜਿਹੜਾ ਹੈਗਾ ਆਪਾਂ ਮੁਗਲਾਂ ਤੋਂ ਮੁਕਤ ਕਰਾ ਲੈਂਦਾ ਬੰਦਾ ਬਹਾਦਰ, ਤੇ ਹੁਣ ਦਾ ਹਰਿਆਣਾ ਅੱਧੋ ਵੱਧ, ਠੀਕ ਹੈ ਜੀ। ਤਾਂ ਇਹ ਸਾਰੇ ਇਲਾਕੇ ਆ ਜਿਹੜੇ ਉਧਰੋਂ, ਬਾਅਦ ਚ ਤਾਂ ਪਹਾੜੀ ਰਿਆਸਤਾਂ ਵੀ ਆ ਜਾਂਦੀਆਂ, ਇਦੋਂ ਤੱਕ ਦੀ ਗੱਲ ਕਰਦੇ ਆ ਆਪਾਂ। ਤੇ ਜਦੋਂ ਏਡਾ ਵੱਡਾ ਰਿਆਸਤ ਆ ਜਿਹੜੇ ਮੁਗਲਾਂ ਦੀ ਉਹ ਖੁੱਸ ਜਾਂਦੀ ਹੈ, ਤਾਂ ਫਿਰ ਉਹ ਧਰਮ ਯੁੱਧ ਦਾ ਐਲਾਨ ਕਰ ਦਿੰਦਾ ਲਾਹੌਰ ਦਾ ਸੂਬੇਦਾਰ ਅਸਲਮ ਖਾਂ, ਜਿਹਦੇ ਕਰਕੇ ਜਿਹੜੀ ਹੈਗੀ ਆ ਫਿਰ ਇਹ ਫੌਜ ਅਸਲਮ ਖਾਂ ਦੀ ਧਰਮ ਯੁੱਧ ਦੇ ਨਾਂ ਤੇ ਇਕੱਠੇ ਹੁੰਦੇ ਆ ਭੀਲੋਵਾਲ ਦੇ ਇਲਾਕੇ ਤੇ ਇੱਥੇ ਹੀ ਸਿੱਖਾਂ ਦੇ ਉੱਪਰ ਅਟੈਕ ਕੀਤਾ ਜਾਂਦਾ, ਭਾਰੀ ਯੁੱਧ ਹੁੰਦਾ। ਤੇ ਇਹਦੇ ਵਿੱਚ ਜਿਹੜੀ ਹੈਗੀ ਆ ਭੀਲੋਵਾਲ ਦੀ ਲੜਾਈ ਦੇ ਵਿੱਚ ਜਿਹੜੀ ਅਸਲਮ ਖਾਂ ਦੀ ਫੌਜ ਆ ਉਹਨੂੰ ਬੰਦਾ ਬਹਾਦਰ ਹਰਾਉਂਦਾ ਹੈ। ਅਸਲਮ ਖਾਂ ਖੁਦ ਨਹੀਂ ਆਉਂਦਾ ਹੁੰਦਾ, ਆਪਦੀ ਫੌਜ ਭੇਜ ਦਿੰਦਾ, ਜਿਵੇਂ ਕਿਉਂਕਿ ਸੂਬੇਦਾਰ ਹੈ, ਆਪਦੀ ਟੁਕੜੀ ਭੇਜਤੀ ਵੀ ਕਿੰਨੇ ਜਣੇ ਹੋ, ਅਗਲਾ ਕਹਿੰਦਾ ਵੀ 10,000 ਹੈ ਜਾਂ 20,000, ਚਲੋ ਵੀ 30,000 ਜਣਾ ਉੱਠ ਜਾਓ ਹਨਾ, ਤੇ ਲੜ ਲਓ ਜਾ ਕੇ, ਤੇ ਉਹਨਾਂ ਨੂੰ ਸਬਕ ਸਿਖਾ ਕੇ ਆਓ। ਤਾਂ ਉਹ ਚੀਜ਼ ਹੈ, ਇੱਕ ਟੁਕੜੀ ਭੇਜੀ ਜਾਂਦੀ ਹੈ, ਉਹ ਬਹੁਤ ਵੱਡੀ ਟੁਕੜੀ ਹੁੰਦੀ ਹੈ ਸਿੱਖ ਫੌਜ ਦੇ ਬਦਲੇ, ਪਰ ਉਹਨੂੰ ਹਰਾਇਆ ਜਾਂਦਾ, ਬੰਦਾ ਬਹਾਦਰ ਦੀ ਜਿੱਤ ਹੋ ਜਾਂਦੀ ਹੈ। ਫਿਰ ਉਸ ਤੋਂ ਬਾਅਦ ਜਿਹੜਾ ਬਹਾਦਰ ਸ਼ਾਹ ਉਹ ਧਿਆਨ ਦਿੰਦਾ ਪੰਜਾਬ ਵੱਲ, ਦੱਖਣ ਦੀਆਂ ਦੇ ਰੁਝੇਵਿਆਂ ਚੋਂ ਨਿਕਲ ਜਾਂਦਾ, ਠੀਕ ਹੈ ਜੀ। ਦੱਖਣ ਦੀਆਂ ਬਗਾਵਤਾਂ ਨੂੰ ਕੰਟਰੋਲ ਚ ਕਰ ਲੈਂਦਾ, ਕੁਛ ਇਲਾਕੇ ਉਹ ਤੋਂ ਖੁੱਸ ਜਾਂਦੇ ਆ ਦੱਖਣ ਦੇ ਵਿੱਚ। ਤਾਂ ਫਿਰ ਬਹਾਦਰ ਸ਼ਾਹ ਦੀ ਜਿਹੜੀ ਸਿੱਖਾਂ ਦੇ ਵਿਰੁੱਧ ਕਾਰਵਾਈਆਂ ਕਰਦਾ ਹੈ। 27 ਜੂਨ 1710 ਈਸਵੀ ਨੂੰ ਅਜਮੇਰ, ਜਿਹਨੂੰ ਆਪਾਂ ਅਜਮੇਰ ਸ਼ਰੀਫ ਦੇ ਨਾਂ ਨਾਲ ਜਾਣਦੇ ਹਾਂ ਨਾ ਜਗ੍ਹਾ, ਅਜਮੇਰ ਤੋਂ ਪੰਜਾਬ ਵੱਲ ਚੱਲਦਾ ਬਹਾਦਰ ਸ਼ਾਹ, ਤੇ ਅਮੀਨਾਬਾਦ ਦੀ ਲੜਾਈ ਹੁੰਦੀ ਹੈ 26 ਅਕਤੂਬਰ 1710 ਈਸਵੀ ਨੂੰ। ਬੰਦਾ ਬਹਾਦਰ ਅੱਗੇ ਚਲਿਆ ਗਿਆ, ਠੀਕ ਆ, ਉਹ ਇਧਰਲੇ ਪਾਸੇ ਜਲੰਧਰ, ਜਲਾਲਾਬਾਦ, ਆਪਾਂ ਕਹਿ ਲਓ ਵੀ ਫਾਜ਼ਿਲਕਾ, ਫਿਰੋਜ਼ਪੁਰ ਵਾਲੇ ਸਾਈਡ ਵਾਲੇ ਪਾਸੇ ਲਾਹੌਰ ਵੱਲ ਨੂੰ ਵੱਧ ਰਿਹਾ ਬੰਦਾ ਬਹਾਦਰ, ਜੇ ਆਪਾਂ ਕਹੀਏ ਰਾਵੀ ਤੇ ਸਤਲੁਜ ਦੇ ਵਿਚਕਾਰਲੇ ਇਲਾਕਿਆਂ ਦੇ ਵਿੱਚ ਦੀ ਹੁੰਦਾ ਹੋਇਆ। ਤਾਂ ਅਮੀਨਾਬਾਦ ਦੇ ਵਿੱਚ ਜਦੋਂ ਇਹ ਅਟੈਕ ਕਰਦਾ ਬਹਾਦਰ ਸ਼ਾਹ, ਤੇ ਇੱਥੇ ਵਿਨੋਦ ਸਿੰਘ ਹੁੰਦਾ ਤੇ ਰਾਮ ਸਿੰਘ ਹੁੰਦਾ, ਇਹ ਬਹਾਦਰ ਸ਼ਾਹ ਦੀ ਫੌਜ ਦੇ ਨਾਲ ਬਹੁਤ ਦਲੇਰੀ ਦੇ ਨਾਲ ਲੜਦੇ ਆ। ਪਰ ਕਿਉਂਕਿ ਸਿੱਖ ਫੌਜ ਹੈ ਜਿਹੜੀ, ਉਹ ਬੰਦਾ ਬਹਾਦਰ ਦੇ ਨਾਲ ਜ਼ਿਆਦਾ ਹੁੰਦੀ ਹੈ, ਤੇ ਜਿਹੜੇ ਪਿੱਛੇ ਇਲਾਕੇ, ਜਿੱਤੇ ਇਲਾਕੇ ਉਹਨਾਂ ਚ ਘੱਟ ਹੁੰਦੀ ਹੈ। ਤਾਂ ਇਸ ਲੜਾਈ ਦੇ ਵਿੱਚ ਜਿਹੜੇ ਹੈਗੇ ਆ ਮੁਗਲ ਜਿੱਤ ਜਾਂਦੇ ਆ। ਤੇ ਫਿਰ ਉਸ ਤੋਂ ਬਾਅਦ ਚ ਜਿਹੜਾ ਹੈਗਾ ਮੁਗਲ ਅਟੈਕ ਕਰਦੇ ਆ ਬਹਾਦਰ ਸ਼ਾਹ ਦੀ ਅਗਵਾਈ ਚ ਸਰਹੰਦ ਤੇ, ਤਾਂ ਸਰਹੰਦ ਦਾ ਇਲਾਕਾ ਵੀ ਸਿੱਖਾਂ ਦੇ ਕੋਲੋਂ ਖੁੱਸ ਜਾਂਦਾ ਹੈ। ਭਾਵ ਕੀ ਹੈ, ਜਿਹੜੀ ਸਿੱਖ ਹੈ ਫੌਜ ਆ ਉਹ ਸਰਹੰਦ ਨੂੰ ਹਾਰ ਜਾਂਦੀ ਹੈ, ਸਰਹੰਦ ਤੇ ਫਿਰ ਮੁਗਲ ਫੌਜ ਹੈ ਜਿਹੜੀ ਕਾਬਜ ਹੋ ਜਾਂਦੀ ਹੈ। ਤਾਂ ਹੁਣ ਜੋ ਸਰਹੰਦ ਜਿੱਤੀ ਜਾਂਦੀ ਹੈ, ਹੋਰ 2-3 ਇਲਾਕੇ ਜਿੱਤੇ ਜਾਂਦੇ ਆ ਅਮੀਨਾਬਾਦ ਵਰਗੇ, ਤਾਂ ਬਹਾਦਰ ਸ਼ਾਹ ਜਿਹੜਾ ਫਿਰ ਵੀ ਉਹ ਸੋਚਦਾ ਵੀ ਹੁਣ ਸਿੱਖ ਹੈ ਜਿਹੜੇ ਹੁਣ ਨਹੀਂ ਲੜਨਗੇ ਨਾ, ਕਿ ਵੀ ਅੱਗੇ ਲੜ ਨਹੀਂ ਸਕਦੇ ਕਿਉਂਕਿ ਮੈਂ ਉਹਨਾਂ ਤੋਂ ਇਲਾਕੇ ਖੋਲੇ। ਤਾਂ ਉਹ 11 ਅਗਸਤ 1711 ਈਸਵੀ ਨੂੰ ਜਿਹੜਾ ਹੈਗਾ ਸੰਢੌਰਾ ਨੂੰ ਜਿੱਤ ਕੇ, ਤੇ ਉਹ ਇਲਾਕੇ ਜਿੱਤ ਕੇ, ਆਪਣੇ ਸਮਾਣਾ ਵਾਲੇ ਇਲਾਕੇ ਜਿੱਤ ਕੇ ਵਾਪਸ ਚਲਿਆ ਜਾਂਦਾ ਲਾਹੌਰ, ਠੀਕ ਹੈ ਜੀ। ਬੰਦਾ ਬਹਾਦਰ ਇੱਧਰ ਦੀ ਨਿਚਲੇ ਪਾਸੇ ਦੀ ਜਲਾਲਾਬਾਦ ਵਾਲੇ ਫਾਜ਼ਿਲਕਾ ਵਾਲੀ ਸਾਈਡ ਆਪਾਂ ਜੇ ਕਹਿ ਲਈਏ ਨਾ ਮੌਜੂਦਾ, ਤਾਂ ਇੱਧਰ ਨੂੰ ਵੱਧ ਰਿਹਾ। ਤਾਂ ਇੱਥੋਂ ਫਿਰ ਬੰਦਾ ਬਹਾਦਰ ਹੈ ਜਿਹੜਾ, ਜਦੋਂ ਇੱਧਰ ਨੂੰ ਵੱਧਦਾ ਹੁੰਦਾ, ਜਦੋਂ ਬੰਦਾ ਬਹਾਦਰ ਨੂੰ ਇਹ ਪਿਛਲੇ ਮੈਸੇਜ ਮਿਲਦੇ ਆ, ਤਾਂ ਫਿਰ ਬੰਦਾ ਬਹਾਦਰ ਤੇ ਸਿੱਖ ਫੌਜ ਜਿਹੜੀ ਉਹ ਪਹਾੜਾਂ ਵੱਲ ਰੁਖ ਕਰਦੀ ਹੈ, ਕਿਉਂਕਿ ਗਰੀਲਾ ਯੁੱਧ ਨੀਤੀ ਹੈ ਜਿਹੜੀ, ਇਹ ਬਹੁਤ ਪ੍ਰਸਿੱਧ ਹੁੰਦੀ ਹੈਗੀ ਮਿਸਲਾਂ ਦੇ ਟਾਈਮ ਤੇ ਵੀ, ਤੇ ਬੰਦਾ ਬਹਾਦਰ ਵੀ ਇਸੇ ਨੀਤੀ ਨੂੰ ਜਿਹੜਾ ਹੈਗਾ ਅਪਣਾਉਂਦਾ ਹੈ, ਕਿ ਜਦੋਂ ਵੀ ਦੁਸ਼ਮਣ ਹੈ ਜਿਹੜਾ ਉਹ ਅਟੈਕ ਕਰਦਾ ਹੈ, ਦੁਸ਼ਮਣ ਦੀ ਪਾਵਰ ਜ਼ਿਆਦਾ, ਤਾਂ ਪਹਾੜੀ ਜਿਹੜੇ ਇਲਾਕੇ ਆ ਉਹਨਾਂ ਦੇ ਵਿੱਚ ਜਾ ਕੇ ਸ਼ਰਨ ਲਓ, ਫਿਰ ਉਹਨਾਂ ਤੇ ਅਟੈਕ ਕਰਦੇ ਸੀ ਸਿੱਖ ਨਾ। ਇਸ ਤੋਂ ਬਾਅਦ ਤਾਂ ਜਿਹੜੇ ਹੈਗੇ ਆ ਜ਼ਕਰੀਆ ਖਾਂ, ਅਬਦੁਲ ਸਮਦ ਖਾਂ ਤੇ ਜਾਹੀਆ ਖਾਂ, ਮੀਰ ਮਨੂੰ, ਉਹਨਾਂ ਦੇ ਟਾਈਮ ਤੇ ਤਾਂ ਸੀ ਇਹੀ ਵੀ ਇੱਕ ਝੁੰਡ ਆਉਂਦਾ ਸੀ 150-200 ਸਿੱਖਾਂ ਦਾ, ਤੇ ਆ ਕੇ ਅਟੈਕ ਕਰਕੇ ਤੇ ਫਿਰ ਪਹਾੜੀ ਇਲਾਕਿਆਂ 'ਚ ਚਲੇ ਜਾਂਦਾ ਸੀ। ਤਾਂ ਬੰਦਾ ਬਹਾਦਰ ਹੈ ਜਿਹੜਾ ਇੱਥੋਂ ਜਲਾਲਾਬਾਦ ਵਾਲੀ, ਜਲੰਧਰ ਵਾਲੀ ਸਾਈਡ ਤੋਂ ਫਿਰ ਪਹਾੜੀ ਇਲਾਕਿਆਂ ਵੱਲ ਹੋ ਜਾਂਦਾ ਹੈ, ਤੇ ਪਹਾੜੀ ਰਾਜਿਆਂ ਦੇ ਵਿਰੁੱਧ ਕਾਰਵਾਈਆਂ ਕਰਦਾ, ਕਿਉਂਕਿ ਪਹਾੜੀ ਰਾਜਿਆਂ ਨੇ ਵੀ ਗੁਰੂ ਗੋਬਿੰਦ ਸਿੰਘ ਨੂੰ ਵਾਰ-ਵਾਰ ਧੋਖਾ ਦਿੱਤਾ ਹੁੰਦਾ ਹੈ। ਅਨੰਦਪੁਰ ਦੇ ਵਿੱਚੋਂ ਉਹਨਾਂ ਨੂੰ ਕੱਢਣ ਦਾ ਮੇਨ ਮਕਸਦ ਹੀ ਪਹਾੜੀ ਰਾਜਿਆਂ ਦਾ ਹੁੰਦਾ ਹੈ, ਜਿਹਦੇ ਵਿੱਚ ਉਹ ਕਾਮਯਾਬ ਹੁੰਦੇ ਆ ਮੁਗਲਾਂ ਦੀ ਸਹਾਇਤਾ ਦੇ ਨਾਲ। ਤਾਂ ਫਿਰ ਕਹਿਲੂਰ ਦੇ ਰਾਜੇ ਭੀਮ ਚੰਦ ਨੂੰ ਹਰਾਇਆ ਜਾਂਦਾ ਹੈ, ਤੇ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਜਿਹੜੇ ਦੂਜੇ ਇਹਦੇ ਸਪੁੱਟਰ ਹੁੰਦੇ ਆ ਉਹਨਾਂ ਨੂੰ ਵੀ ਹਰਾਇਆ ਜਾਂਦਾ ਹੈ।
ਤੇ ਮੰਡੀ ਕੁੱਲੂ ਦੇ ਇਲਾਕੇ ਆ ਜਿਹੜੇ ਉਹ ਵੀ ਜਿੱਤੇ ਜਾਂਦੇ ਆ। ਚੰਬਾ ਰਿਆਸਤ ਹੈ ਜਿਹੜੀ, ਉੱਥੋਂ ਦਾ ਰਾਜਾ ਉਦੈ ਸਿੰਘ ਹੈ। ਜਦੋਂ ਇਹ ਚੰਬਾ ਰਿਆਸਤ ਤੇ ਬੰਦਾ ਬਹਾਦਰ ਹਮਲਾ ਕਰਨ ਜਾਂਦਾ ਹੁੰਦਾ ਤਾਂ ਇਹ ਉਦੈ ਸਿੰਘ ਮੂਹਰੇ ਆ ਜਾਂਦਾ ਤੇ ਬਿਨਾਂ ਲੜੇ ਜਿਹੜਾ ਉਹਦਾ ਸਵਾਗਤ ਕਰਦਾ ਬੰਦਾ ਬਹਾਦਰ ਦਾ। ਇਹ ਆਦਰ ਮਾਣ ਕਰਦਾ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਦਾ ਵੀ, ਉਹਨਾਂ ਦੇ ਪ੍ਰਤੀ ਵੀ ਇਹਦਾ ਜਿਹੜਾ ਰਵੱਈਆ ਉਦਾਰਵਾਦੀ ਹੁੰਦਾ ਹੈ। ਤਾਂ ਇਹ ਜਿਹੜਾ ਹੈਗਾ ਬੰਦਾ ਬਹਾਦਰ ਨੂੰ ਆਪਣਾ ਰਾਜਾ ਭਾਵ ਕੀ ਹੈ ਉਹਦੀ ਅਧੀਨਤਾ ਸਵੀਕਾਰ ਕਰ ਲੈਂਦਾ ਹੈ। ਇਹ ਜਿਹੜੀ ਸਿੱਖ ਕੌਮ ਹੈ ਜਾਂ ਸਿੱਖ ਰਿਆਸਤ ਜਾਂ ਸਿੱਖ ਸਾਮਰਾਜ ਹੋਊਗਾ ਉਹਦੇ ਮੁਤਾਬਕ ਉਹ ਕੰਮ ਕਰੂਗਾ। 1711 ਈਸਵੀ ਦੇ ਵਿੱਚ ਫਿਰ ਇਸੇ ਪਹਾੜੀ ਇਲਾਕਿਆਂ ਦੇ ਵਿੱਚ ਬੰਦਾ ਬਹਾਦਰ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਹੈ ਜਿਹਦਾ ਨਾਂ ਅਜੇ ਸਿੰਘ ਰੱਖਿਆ ਜਾਂਦਾ ਹੈ। ਠੀਕ ਹੈ ਜੀ। ਅਜੇ ਸਿੰਘ ਪੁੱਤਰ ਦਾ ਨਾਮ ਬੰਦਾ ਬਹਾਦਰ ਦੇ ਕਈ ਵਾਰੀ ਕੁਐਸਚਨ ਆ ਜਾਂਦਾ ਹੁੰਦਾ। ਇਹ ਟੈਟ 'ਚ ਵੀ ਆਇਆ ਹੋਇਆ ਇੱਕ ਵਾਰੀ, ਮੈਨੂੰ ਲੱਗਦਾ ਟੈਟ 'ਚ ਆਇਆ ਹੋਇਆ ਕਿ ਕਿਸੇ ਪੇਪਰ 'ਚ ਆਇਆ ਹੋਇਆ, ਖਨੀ ਲੈਕਚਰਾਰ ਦੇ 'ਚ ਆਇਆ ਸੀ। 4 ਜੂਨ 1711 ਈਸਵੀ ਨੂੰ ਬਾਜ ਸਿੰਘ ਤੇ ਫਤਿਹ ਸਿੰਘ ਨੇ ਅਸਧਾਰਨ ਜੌਹਰ ਵਿਖਾਏ ਤੇ ਬਹਿਰਾਮਪੁਰ ਦਾ ਇਲਾਕਾ ਜਿੱਤਿਆ। ਹੁਣ ਫਿਰ ਜਿਹੜੀ ਸਿੱਖ ਕੌਮ ਹੈ ਜਦੋਂ ਬਹਾਦਰ ਸ਼ਾਹ ਚਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਚ ਫਿਰ ਆਪਣੇ ਜਿਹੜੇ ਖੁੱਸੇ ਹੋਏ ਇਲਾਕੇ ਆ ਉਹਨਾਂ ਨੂੰ ਜਿੱਤਦੇ ਆ, ਜਿਹਦੇ ਵਿੱਚ ਬਾਜ ਸਿੰਘ ਤੇ ਫਤਿਹ ਸਿੰਘ ਜਿਹੜੇ ਅਹਿਮ ਭੂਮਿਕਾ ਨਿਭਾਉਂਦੇ ਆ ਤੇ ਉਹ ਬਹਿਰਾਮਪੁਰ ਦਾ ਇਲਾਕਾ ਜਿਹੜਾ ਉਹਨੂੰ ਜਿੱਤ ਲੈਂਦੇ ਆ, ਮੁਗਲਾਂ ਤੋਂ ਫਿਰ ਵਾਪਸ ਲੈ ਲੈਂਦੇ ਆ। 18 ਫਰਵਰੀ 1712 ਈਸਵੀ ਨੂੰ ਬਹਾਦਰ ਸ਼ਾਹ ਦੀ ਮੌਤ ਹੋ ਜਾਂਦੀ ਹੈ ਜੀ। ਠੀਕ ਹੈ। ਫਿਰ ਜਹਾਂਗੀਰ ਸ਼ਾਹ ਨੂੰ ਰਾਜਗੱਦੀ ਦੇ ਤੋਂ ਉਤਾਰ ਕੇ ਜਹਾਂਗੀਰ ਸ਼ਾਹ ਰਾਜਾ ਬਣਦਾ ਹੈ ਤੇ ਉਹਨੂੰ ਗੱਦੀ ਤੋਂ ਉਤਾਰ ਕੇ ਜਿਹੜਾ ਹੈਗਾ ਫਰੁਖਸ਼ੀਅਰ ਉਹ ਆਪ ਸਮਰਾਟ ਬਣ ਜਾਂਦਾ 1712 ਈਸਵੀ ਦੇ ਵਿੱਚ ਹੀ। ਫਰੁਖਸ਼ੀਅਰ ਹੈ ਜਿਹੜਾ ਇਹ ਬਹੁਤ ਜ਼ਾਲਮ ਹੁੰਦਾ ਹੈ, ਕੱਟੜ ਹੁੰਦਾ ਹੈ। ਇਹ ਭਾਵ ਆਪਾਂ ਕਹਿ ਲਓ ਕਿ ਔਰੰਗਜ਼ੇਬ ਵਰਗਾ ਹੀ ਹੁੰਦਾ ਨਾ। ਇਹ ਹੋਰ ਧਰਮ ਨੂੰ ਜਾਂ ਦੂਜੇ ਧਰਮਾਂ ਨੂੰ ਤਾਂ ਵੇਖ ਕੇ ਨਹੀਂ ਜਰਦਾ ਹੁੰਦਾ ਤੇ ਜਦੋਂ ਇਹਨਾਂ ਰਾਜ ਖੁੱਸ ਜੇ ਫਿਰ ਤਾਂ ਇਹਨੇ ਭੜਕਣਾ ਹੀ ਹੈ। ਤੇ ਕਸ਼ਮੀਰ ਦਾ ਇੱਕ ਸੂਬੇਦਾਰ ਹੁੰਦਾ ਅਬਦੁਲ ਸਮਦ ਖਾਂ, ਉਹਨੂੰ ਉਪਾਧੀ ਦੇ ਦਿੰਦਾ ਦਲੇਰ ਜੰਗ ਦੀ। ਦਲੇਰ ਜੰਗ ਦੀ ਉਪਾਧੀ ਦੇ ਕੇ ਤੇ ਉਹਦੀ ਡਿਊਟੀ ਲਾ ਦਿੰਦਾ ਵੀ ਤੂੰ ਪੰਜਾਬ ਦੇ ਵਿੱਚ ਸਿੱਖਾਂ ਦਾ ਵਿਦਰੋਹ ਆ ਜਿਹੜਾ ਉਹਨੂੰ ਦਫਨ ਕਰਨਾ। ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿੰਦਾ ਇਹਨੂੰ ਲਾਹੌਰ ਦਾ। ਜਿਹੜਾ ਇਹ ਅਬਦੁਲ ਸਮਦ ਖਾਂ ਜਦੋਂ ਲਾਹੌਰ ਦੇ ਵਿੱਚ ਸੂਬੇਦਾਰ ਨਿਯੁਕਤ ਹੁੰਦਾ ਤਾਂ ਪਹਿਲਾਂ 1-2 ਇਲਾਕਿਆਂ ਨੂੰ ਤਾਂ ਜਿੱਤਦਾ, ਫਿਰ ਜਦੋਂ ਇਹਨੂੰ ਪਤਾ ਲੱਗਦਾ ਫਿਰ ਇਹ ਥੋੜਾ ਜਿਹਾ ਢਿੱਲਾ ਪੈ ਜਾਂਦਾ ਕਿਉਂਕਿ ਇੱਕ ਤਾਂ ਬੰਦਾ ਬਹਾਦਰ ਪਹਾੜੀ ਰਾਜਿਆਂ ਦੇ ਨਾਲ ਲੜਾਈਆਂ 'ਚ ਰੁੱਝਿਆ ਹੋਇਆ ਤੇ ਮੁਗਲ ਸਾਮਰਾਜ ਤੇ ਕੋਈ ਅਟੈਕ ਨਹੀਂ ਕਰਦਾ ਵੱਡਾ, ਹਨਾ। ਤੇ ਸਰਹੰਦ ਆ ਜਿਹੜਾ ਉਹ ਇਲਾਕਾ ਵੀ ਹਜੇ ਸੇਫ ਹੁੰਦਾ ਹੈ ਅਬਦੁਲ ਸਮਦ ਖਾਂ ਦੇ ਟਾਈਮ ਤੇ। ਪਰ ਫਿਰ ਹੁੰਦਾ ਕੀ ਹੈ, ਅਬਦੁਲ ਸਮਦ ਖਾਂ ਦਾ ਜਦੋਂ ਕੁਝ ਵੀ ਨਹੀਂ ਕਰਦਾ ਤਾਂ ਇਹਦੇ ਤੇ ਫਰੁਖਸ਼ੀਅਰ ਵੀ ਨਿਗਾਹ ਰੱਖਦਾ ਤੇ ਰਿਪੋਰਟਾਂ ਲੈਂਦਾ ਵੀ ਤੂੰ ਕੁਝ ਕੀਤਾ ਹੀ ਨਹੀਂ ਭਾਈ, ਸਿੱਖਾਂ ਦੇ ਵਿਰੁੱਧ ਕਾਰਵਾਈਆਂ ਬਹੁਤ ਘੱਟ ਆ ਤੇਰੀਆਂ ਨਾ, ਇੱਕਾ ਦੁੱਕਾ ਕਾਰਵਾਈਆਂ ਤਾਂ ਇਹ ਵੀ ਤੂੰ ਸਿੱਖਾਂ ਤੇ ਕਾਰਵਾਈਆਂ ਕਰ। ਉਧਰੋਂ ਇਹ ਤੇ ਪ੍ਰੈਸ਼ਰ ਪੈ ਰਿਹਾ ਹੁੰਦਾ। ਤਾਂ 1712 ਤੇ 13 ਇਹ ਦੋਨਾਂ ਸਾਲਾਂ ਦੇ ਵਿੱਚ ਜਿੰਨੇ ਵੀ ਇਲਾਕੇ ਮੁਗਲ ਸਾਮਰਾਜ ਦੇ ਵਿੱਚ ਬਹਾਦਰ ਸ਼ਾਹ ਨੇ ਸਿੱਖਾਂ ਤੋਂ ਖੋਏ ਹੁੰਦੇ ਆ, ਚਾਹੇ ਉਹ ਸੰਢੌਰਾ ਦਾ ਚਾਹੇ ਜਿਹੜਾ ਹੈਗਾ ਆਪਣਾ ਸਰਹੰਦ ਹੈ, ਸਾਰੇ ਦੇ ਸਾਰੇ ਇਲਾਕੇ ਆ ਜਿਹੜੇ ਉਹ ਫਿਰ ਸਿੱਖ ਜਿੱਤ ਜਾਂਦੇ ਆ। ਭਾਵ ਕੀ ਹੈ ਕਿ ਜਿਹੜੀ ਸਿੱਖ ਫੌਜ ਹੈ ਬੰਦਾ ਬਹਾਦਰ ਦੀ ਅਗਵਾਈ ਦੇ ਵਿੱਚ ਉਹ ਫਿਰ ਜਿੱਤ ਜਾਂਦੀ ਹੈ। ਤੇ ਅਬਦੁਲ ਸਮਦ ਖਾਂ ਜਿਹੜਾ ਫਿਰ ਉਹਨੂੰ ਜਦੋਂ ਝਾੜ ਪੈਂਦੀ ਹੈ ਤਾਂ ਉਹ ਫਿਰ ਸਿੱਖਾਂ ਦੇ ਵਿਰੁੱਧ ਜਿਹੜੀ ਹੈਗੀ ਹੈ ਫੌਜ ਲੈ ਕੇ ਆਉਂਦਾ ਹੈ। ਭਾਰੀ ਫੌਜ ਹੈ ਜਿਹੜੀ ਉਹ ਦਿੱਲੀ ਦਰਬਾਰ ਤੋਂ ਵੀ ਮੰਗਾਉਂਦਾ ਤੇ ਆਪ ਵੀ ਫੌਜ ਹੈ ਜਿਹੜੀ ਲੈ ਕੇ ਆਉਂਦਾ। ਤੇ ਅਪ੍ਰੈਲ 1715 ਈਸਵੀ ਦੇ ਵਿੱਚ ਗੁਰਦਾਸ ਨੰਗਲ ਦੀ ਲੜਾਈ ਹੁੰਦੀ ਹੈ ਜਿਹੜੀ ਬਹੁਤ ਮਹੱਤਵਪੂਰਨ ਹੈ ਇਤਿਹਾਸਕ ਪੱਖੋਂ। ਇਸ ਲੜਾਈ ਦੇ ਵਿੱਚ ਜਿਹੜੇ ਹੈਗੇ ਆ ਸਿੱਖ ਦੁਨੀ ਚੰਦ ਦੀ ਹਵੇਲੀ ਦੇ ਵਿੱਚ ਹੁੰਦੇ ਆ, ਉੱਥੇ ਬੈਠੇ ਹੁੰਦੇ ਆ। ਜਦੋਂ ਰਿਪੋਰਟ ਮਿਲਦੀ ਹੈ ਤੇ ਮੁਗਲ ਫੌਜ ਹੈ ਜਿਹੜੀ ਹਵੇਲੀ ਨੂੰ ਚਾਰੇ ਪਾਸੇ ਘੇਰਾ ਪਾ ਲੈਂਦੀ ਹੈ ਤੇ ਜਿਹੜੀ ਹੈਗੀ ਆ ਲੜਾਈ ਚੱਲਦੀ ਹੈ ਨਾ, ਥੋੜੀ ਬਹੁਤ ਝੜਪਾਂ ਹੁੰਦੀਆਂ, ਫਿਰ ਜਿਹੜੀ ਹੈਗੀ ਆ ਲੜਾਈ ਰੁਕ ਗਈ, ਫਿਰ ਝੜਪ ਹੋ ਗਈ। ਤਾਂ ਜਿਹੜੀਆਂ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ, ਚਾਰੇ ਪਾਸਿਓਂ ਜਿਹੜੀ ਹਵੇਲੀ ਆ ਉਹਨੂੰ ਘੇਰਾ ਪਾਇਆ ਹੋਇਆ। ਹੁਣ ਹਵੇਲੀ ਦੇ ਵਿੱਚ ਤੁਹਾਨੂੰ ਮੈਂ ਥੋੜਾ ਜਿਹਾ ਦੱਸਣ ਦੀ ਕੋਸ਼ਿਸ਼ ਕਰਾਂ ਕਿ ਮੰਨ ਲਓ ਆ ਹਵੇਲੀ ਆ ਨਾ, ਮੰਨ ਲਓ ਆ ਹਵੇਲੀ ਹੈ, ਠੀਕ ਹੈ ਜੀ। ਵੈਸੇ ਆਪਾਂ ਦਿਖਾ ਰਹੇ ਹਾਂ, ਮੰਨ ਲਓ ਇਹ ਹਵੇਲੀ ਹੈ ਤੇ ਇਹਨਾਂ ਦੀ ਘੇਰਾ ਨੀਤੀ ਦੇਖੋ ਸਿੱਖਾਂ ਦੀ ਕਿੰਨੀ ਤਕੜੀ ਹੁੰਦੀ ਹੈ। ਘੇਰਾ ਨੀਤੀ ਬਹੁਤ ਜ਼ਿਆਦਾ ਤਕੜੀ ਹੁੰਦੀ ਹੈ। ਕਿਵੇਂ? ਹਵੇਲੀ ਬਹੁਤ ਵੱਡੀ ਹੁੰਦੀ ਹੈ, ਐ ਨੀ ਵੀ ਕੋਈ ਛੋਟਾ ਜਿਹਾ ਘਰ ਹੋਊਗਾ, ਬਹੁਤ ਵੱਡੀ ਹਵੇਲੀ ਹੁੰਦੀ ਹੈ ਜਿਹਦੇ ਵਿੱਚ 9-10 ਹਜ਼ਾਰ ਬੰਦਾ ਰਹਿ ਸਕੇ ਮੰਨ ਲਓ, ਹਨਾ। ਤਾਂ ਜਿਹੜੇ ਹੈਗੀ ਹੈ ਇਹ ਹਵੇਲੀ, ਤਾਂ ਇੱਥੇ ਨਾ ਸਿੱਖ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਫੌਜ ਆ ਗਈ ਅਟੈਕ ਕਰਨ, ਤਾਂ ਇੱਥੇ ਫਿਰ ਇਹ ਖੱਡਾ ਜਿਹੜਾ ਹੈਗਾ ਖੋਦਦੇ ਆ, ਖੱਡੇ ਖੋਦੇ ਜਾਂਦੇ ਆ। ਭਾਵ ਇੱਕ ਤਰ੍ਹਾਂ ਨਾਲ ਕਹਿ ਲਓ ਚਾਰੇ ਪਾਸੇ ਇਹ, ਠੀਕ ਹੈ, ਇੱਧਰਲੀ ਸਾਈਡ ਵੀ ਚਾਰੇ ਪਾਸੇ ਜਿਹੜਾ ਹੈਗਾ ਇਹ ਖੱਡਾ ਖੋਦਿਆ ਜਾਂਦਾ, ਇੱਕ ਟੋਆ ਪੁੱਟਿਆ ਜਾਂਦਾ ਜਿਹੜਾ ਬਹੁਤ ਡੂੰਘਾ ਹੁੰਦਾ ਹੈ, 15-20 ਫੁੱਟ ਡੂੰਘਾ। ਤੇ ਇਹਨੂੰ ਸਾਰੇ ਨੂੰ ਪਾਣੀ ਨਾਲ ਭਰ ਦਿੰਦੇ ਹੁੰਦੇ ਆ ਇਹ, ਠੀਕ ਹੈ। ਜਿਹੜੇ ਸਿੱਖ ਹੁੰਦੇ ਆ ਇਹ ਖੱਡਾ ਖੋਦ ਕੇ ਇਹਨੂੰ ਸਾਰੇ ਨਾਲ ਪਾਣੀ ਨਾਲ ਭਰ ਦਿੰਦੇ ਆ। ਕਿਉਂਕਿ ਇੱਕ ਤਾਂ ਉਹਨਾਂ ਦੇ ਘੋੜੇ ਆ ਜਿਹੜੇ ਮੁਗਲਾਂ ਦੇ, ਉਹ ਨਾ ਆ ਕੇ ਸਿੱਧਾ ਹਵੇਲੀ ਚੋਂ ਆ ਜਾਣ, ਦੂਜਾ ਹਵੇਲੀ ਨੂੰ ਕਿਸੇ ਤਰ੍ਹਾਂ ਨਾਲ ਢਾਹ ਨਾ ਸਕਣ, ਠੀਕ ਹੈ ਜੀ। ਤੇ ਜਿਹੜੀ ਮੁਗਲ ਫੌਜ ਆ ਉਹ ਲੱਖਾਂ ਦੀ ਗਿਣਤੀ 'ਚ ਹੈ, ਤੇ ਜੇ ਉਹ ਆ ਗਈ ਸਿੱਧੀ ਤੇ ਹਵੇਲੀ ਤੇ ਉਹ
ਤਾਂ ਉਹ ਘੰਟਿਆਂ ਦੇ ਵਿੱਚ ਹੀ ਜਿੱਤ ਜਾਣਗੇ। ਤਾਂ ਜਿਹੜੀ ਇਹ ਨੀਤੀ ਹੁੰਦੀ ਹੈ ਬਹੁਤ ਤਕੜੀ ਨੀਤੀ ਹੁੰਦੀ ਹੈ। ਤੇ ਫਿਰ ਮੁਗਲ ਫੌਜ ਹੈ ਜਿਹੜੀ, ਇਹ ਖੱਡਾ ਡੂੰਘਾ ਵੀ ਹੁੰਦਾ 15-20 ਫੁੱਟ ਤੇ ਚੌੜਾ ਵੀ ਬਹੁਤ ਹੁੰਦਾ। ਤਾਂ ਇਹਨੂੰ ਜਿਹੜਾ ਹੈਗਾ ਜਦੋਂ ਕ੍ਰਾਸ ਕਰਦੇ ਆ ਜੇ ਪਾਣੀ ਦੇ ਵਿੱਚ ਜਾ ਕੇ, ਤਾਂ ਉਹ ਉੱਪਰੋਂ ਤੀਰਾਂ ਦੇ ਨਾਲ ਇਹਨਾਂ ਨੂੰ ਜਿਹੜੀ ਮੁਗਲ ਫੌਜ ਨੂੰ ਮਾਰਦੇ ਆ। ਠੀਕ ਹੈ ਜੀ, ਹਵੇਲੀ ਦੇ ਜਿਹੜੇ ਮੋਰਚੇ ਹੁੰਦੇ ਆ ਨਾ, ਹਵੇਲੀ ਦੇ ਵਿੱਚ ਜਿਹੜੇ ਉਹਨਾਂ ਦੇ ਆਪਦੇ ਮੋਰਚੇ ਲਾਏ ਹੁੰਦੇ ਆ, ਤਾਂ ਉੱਥੋਂ ਮਾਰਦੇ ਆ। ਦੂਜਾ ਉਸ ਟਾਈਮ ਤੇ ਜਿਹੜੇ ਤੈਰਾਕ ਤਰੂਕ ਤਾਂ ਘੱਟ ਹੀ ਹੁੰਦੇ ਸੀਗੇ, ਕਿਉਂਕਿ ਜਿਹੜੇ ਤੈਰਾਕ ਤਰੂਕ ਆ ਉਹ ਤੋਂ ਬਾਅਦ ਚ ਜ਼ਿਆਦਾ ਹੋਣ ਲੱਗਿਆ। ਉਸ ਟਾਈਮ ਤੇ ਇੰਨੇ ਤੈਰਾਕ ਨਹੀਂ ਹੁੰਦੇ ਸੀ ਮੁਗਲ ਫੌਜ ਦੇ ਵਿੱਚ। ਅਕਬਰ ਨੇ ਪਹਿਲੀ ਵਾਰ ਸਮੁੰਦਰ ਦੇਖਿਆ ਸੀ ਤਾਂ ਉਦੋਂ ਥੋੜੇ ਟਾਈਮ ਬਾਅਦ ਤੁਸੀਂ ਲਾ ਲਓ ਫਿਰ ਹਨਾ ਹਿਸਾਬ। ਤਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਬਹੁਤ ਵੱਡੀ ਸੇਫਟੀ ਬਣਦਾ ਇਹ ਖੱਡਾ ਜਿਹੜਾ ਖੋਦਿਆ ਹੁੰਦਾ। ਠੀਕ ਹੈ ਜੀ, ਤੇ ਜਿਹੜੀਆਂ ਝਾੜੀਆਂ ਬੂਟੀਆਂ ਕੰਡੇ ਸੁੱਟੇ ਜਾਂਦੇ ਆ ਉਦੋਂ ਪਹਿਲਾਂ ਰਸਤਿਆਂ ਦੇ ਵਿੱਚ, ਇੱਕ ਤਰ੍ਹਾਂ ਨਾਲ ਪੂਰੀ ਰਣਨੀਤੀ ਦੇ ਨਾਲ ਮੁਗਲ ਫੌਜ ਨੂੰ ਰੋਕਿਆ ਜਾਂਦਾ ਹੈ ਤੇ ਲੜਾਈ ਹੁੰਦੀ ਹੈ। ਤੇ 8 ਮਹੀਨੇ ਜਿਹੜਾ ਹੈਗਾ ਇੱਥੇ ਫੌਜ ਹੈ ਜਿਹੜੀ ਮੁਗਲ ਫੌਜ ਹੈ ਇੱਥੇ ਖੜੀ ਰਹਿੰਦੀ ਹੈ ਹਵੇਲੀ ਦੇ ਆਸੇ ਪਾਸੇ, ਕ੍ਰਾਸ ਨਹੀਂ ਕਰ ਸਕਦੇ। ਡਰ ਵੀ ਬਹੁਤ ਹੁੰਦਾ ਵੀ ਬਈ ਬੰਦਾ ਬਹਾਦਰ ਹੈ, ਠੀਕ ਹੈ, ਪਤਾ ਨਹੀਂ ਕੀ ਹੋਊਗਾ ਤੇ ਪਤਾ ਨਹੀਂ ਅੰਦਰ ਕਿੰਨੇ ਕੁ ਜਾਣੇ ਹੋਣਗੇ, ਪਤਾ ਨਹੀਂ ਕਿੰਨੀ ਕੁ ਸਿੱਖ ਕੌਮ ਹੈ ਜਿਹੜੀ ਜਾਂ ਸਿੱਖ ਫੌਜ ਆ ਉਹ ਅੰਦਰ ਬੈਠੀ ਹੈ। ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਸਾਰੇ ਚਾਰੇ ਪਾਸੇ ਜਿਹੜੀ ਹੈਗੀ ਹੈ ਮੁਗਲ ਫੌਜ ਉਹ ਇਹ ਹਵੇਲੀ ਨੂੰ ਘੇਰੀ ਖੜੀ ਹੁੰਦੀ ਹੈ ਤੇ 8 ਮਹੀਨੇ ਦਾ ਇਹ ਘੇਰਾ ਚੱਲਦਾ ਹੈ। ਹੁਣ ਦੇਖੋ ਹਵੇਲੀ ਤੇ ਲਗਭਗ 8 ਤੋਂ 9,000 ਦੇ ਵਿੱਚ ਜਿਹੜੇ ਸਿੱਖ ਹੈ, ਇਤਿਹਾਸਕਾਰ ਕਹਿੰਦੇ ਆ ਵੀ ਇੱਥੇ ਹੁੰਦੇ ਹੈਗੇ, ਫੌਜ ਹੁੰਦੀ ਹੈ ਸਿੱਖ ਫੌਜ ਬੰਦਾ ਬਹਾਦਰ ਦੀ ਅਗਵਾਈ ਚ। ਤਾਂ 8 ਮਹੀਨੇ ਜਦੋਂ ਘੇਰਾ ਚੱਲਦਾ ਤਾਂ ਫਿਰ ਅੰਦਰੋਂ ਰਾਸ਼ਦ ਪਾਣੀ ਮੁੱਕ ਜਾਂਦਾ, ਰਾਸ਼ਦ ਪਾਣੀ ਹੈ ਜਿਹੜਾ ਖਤਮ ਹੋ ਜਾਂਦਾ ਹੈ। ਜਦੋਂ ਭੋਜਨ ਸਮੱਗਰੀ ਖਤਮ ਹੋ ਜਾਂਦੀ ਹੈ, ਰਾਸ਼ਦ ਪਾਣੀ ਖਤਮ ਹੋ ਜਾਂਦਾ ਹੈ, ਤਾਂ ਫਿਰ ਕੁਝ ਸਿੱਖ ਹੈ ਜਿਹੜੇ ਉਹ ਬੰਦਾ ਬਹਾਦਰ ਨੂੰ ਕਹਿੰਦੇ ਆ ਵੀ ਆਪਾਂ ਇੱਥੋਂ ਨਿਕਲ ਚੱਲੀਏ। ਠੀਕ ਹੈ, ਵੀ ਆਪਾਂ ਇੱਥੋਂ ਇਹਨਾਂ ਨੂੰ ਕੋਈ ਜਿਹੜਾ ਹੈਗਾ ਕਚਾਨੀ ਦੇ ਕੇ ਲੈ ਲਓ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਕੋਈ ਇਹਨਾਂ ਤੋਂ ਪਾਸਾ ਵੱਟ ਕੇ ਮੁਗਲ ਫੌਜ ਨੂੰ ਚਕਮਾ ਦੇ ਕੇ ਕਿਸੇ ਵੀ ਤਰ੍ਹਾਂ ਦਾ ਆਪਾਂ ਵੀ ਇੱਥੋਂ ਨਿਕਲੀਏ, ਕਿਉਂਕਿ ਇਹ ਲੜਾਈ ਨੂੰ ਹੁਣ ਜਾਰੀ ਰੱਖਣਾ ਸੰਭਵ ਹੈ। ਇਹ ਟਾਈਮ ਉਹ ਹੈ ਵੀ ਇੱਥੇ ਪੱਤੇ ਖਾ ਖਾ ਅੰਦਰ ਹਨਾ, ਤੇ ਜਿਹੜੇ ਹੈਗੇ ਘੋੜੇ ਵੀ ਭੁੱਖ ਨਾ ਮਰਦੇ ਆ ਨਾ ਬਹੁਤ, ਤੇ ਪਸ਼ੂ ਆ ਜਿਹੜੇ ਉਹ ਵੀ ਬਹੁਤ ਭੁੱਖ ਨਾ ਮਰਦੇ ਅੰਦਰ। ਤਾਂ ਉਹਨਾਂ ਦੇ ਪੱਤੇ ਖਾ ਕੇ ਪਸ਼ੂਆਂ ਦਾ ਮਾਸ ਖਾ ਕੇ ਜਿਹੜਾ ਹੈਗਾ ਗੁਜ਼ਾਰਾ ਕਰਦੇ ਆ ਸਿੱਖ। ਇਤਿਹਾਸਕਾਰ ਇਹ ਲਿਖਦੇ ਆ ਕਿ ਉਹਨਾਂ ਦੇ ਖਾਣ ਨੂੰ ਕੁਛ ਨਹੀਂ ਹੁੰਦਾ, ਇੱਥੋਂ ਤੱਕ ਕਿ ਜਿਹੜੇ ਲੱਕੜ ਹੈ ਕੋਈ ਫਰਨੀਚਰ ਵਗੈਰਾ ਲਾ ਲਓ ਹਨਾ ਜਾਂ ਤਖਤੇ ਵਗੈਰਾ, ਉਹਨਾਂ ਦੇ ਛਿੱਲੜ ਤੱਕ ਖਾ ਜਾਂਦੀ ਹੈ ਸਿੱਖ ਕੌਮ। ਇੰਨੀ ਭੁੱਖ ਦੀ ਜਿਹੜੀ ਪ੍ਰੋਬਲਮ ਆਉਂਦੀ ਹੈ। 8 ਮਹੀਨੇ ਬਹੁਤ ਹੁੰਦੇ ਆ ਹਨਾ, ਬਹੁਤ ਜ਼ਿਆਦਾ ਹੁੰਦੇ ਆ 8 ਮਹੀਨੇ। ਤੇ ਆਪਾਂ ਕਹਿਣ ਨੂੰ ਕਹਿ ਸਕਦੇ ਹਾਂ ਵੀ 8 ਮਹੀਨੇ, ਪਰ 8 ਮਹੀਨੇ ਬਹੁਤ ਜ਼ਿਆਦਾ ਹੁੰਦੇ ਆ। ਤੇ ਇੰਨਾ ਲੰਬਾ ਟਾਈਮ ਸੰਘਰਸ਼ ਚੱਲਦਾ ਹੈ, ਭਾਵੇਂ ਨਹੀਂ ਕਿ ਉਹੀ ਹਾਰ ਗਏ ਹਨਾ, ਵੀ ਲੜੇ ਬਹੁਤ ਲੰਬਾ ਬਹੁਤ ਸੰਘਰਸ਼ ਸੀ। ਤੇ ਪਰ ਇਸ ਦੇ ਵਿੱਚ ਫਿਰ ਜਦੋਂ ਮਤਭੇਦ ਹੋ ਜਾਂਦਾ, ਜਿਹੜਾ ਵਿਨੋਦ ਸਿੰਘ ਹੈ ਭਾਈ ਵਿਨੋਦ ਸਿੰਘ, ਤੇ ਉਹ ਬੰਦਾ ਬਹਾਦਰ ਨੂੰ ਕਹਿੰਦਾ ਹੁੰਦਾ ਵੀ ਆਪਾਂ ਇੱਥੋਂ ਚੱਲੀਏ, ਤੇ ਬੰਦਾ ਬਹਾਦਰ ਹੈ ਜਿਹੜਾ ਉਹ ਕਹਿੰਦਾ ਹੁੰਦਾ ਵੀ ਇੱਥੇ ਹੀ ਲੜਨਾ। ਠੀਕ ਹੈ, ਵੀ ਜਿੱਤਾਂਗੇ ਚਾਹੇ ਹਾਰਾਂਗੇ, ਵੀ ਚਾਹੇ ਆਪਾਂ ਲੜਾਈ ਦੇ ਵਿੱਚ ਜਿੱਤੀਏ ਚਾਹੇ ਲੜਾਈ ਦੇ ਵਿੱਚ ਹਾਰੀਏ, ਪਰ ਆਪਾਂ ਹੁਣ ਇੱਥੋਂ ਛੱਡ ਕੇ ਨਹੀਂ ਭੱਜਣਾ। ਜੇ ਭੱਜ ਗਏ ਤਾਂ ਅੱਗੇ ਤੋਂ ਜਿਹੜੀ ਮੁਗਲ ਫੌਜ ਆ ਉਹ ਆਪਣੇ ਤੇ ਕਾਬਜ਼ ਹੋ ਜੂਗੀ ਤੇ ਆਪਾਂ ਜਿਹੜਾ ਹੈਗੇ ਆ ਇੱਕ ਭਗੌੜੇ ਸਾਬਤ ਹੋ ਜਾਾਂਗੇ। ਸੋ ਇਹ ਜਦੋਂ ਵਿਚਾਰ ਚੱਲਦੇ ਆ ਤਾਂ ਵਿਨੋਦ ਸਿੰਘ ਆ ਜਿਹੜਾ ਫਿਰ ਉਹ ਆਪਣੇ ਕੁਛ ਕੁ ਸਾਥੀ ਹੁੰਦੇ ਆ ਜਿਹੜੇ ਉਹਦੇ ਨਾਲ ਜਾਂਦੇ ਆ, ਤਾਂ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਕੇ ਚਲਿਆ ਜਾਂਦਾ ਹੈ। ਇੱਥੇ ਫਿਰ ਬਸ ਇੱਕ ਤਰ੍ਹਾਂ ਦਾ ਕਹਿ ਲਓ ਕਿ ਉਹੀ ਬੇਦਾਵਾ ਜਿਹੜਾ ਉਹ 40 ਸਿੰਘ ਦੇ ਕੇ ਗਏ ਸੀਗੇ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ, ਤਾਂ ਉਹੀ ਇੱਕ ਤਰ੍ਹਾਂ ਦੀ ਘਟਨਾ ਜੀ ਦੁਹਰਾਈ ਜਾਂਦੀ ਹੈ ਨਾ, ਕਿ ਕੁਛ ਸਿੰਘ ਆ ਜਿਹੜੇ ਉਹ ਵਿਨੋਦ ਸਿੰਘ ਦੀ ਅਗਵਾਈ ਦੇ ਵਿੱਚ ਇੱਥੋਂ ਨਿਕਲ ਜਾਂਦੇ ਆ ਮੁਗਲ ਸੈਨਾ ਨੂੰ ਚਕਮਾ ਦੇ ਕੇ। ਫਿਰ ਬੰਦਾ ਬਹਾਦਰ ਵੀ ਇਕੱਲਾ ਰਹਿ ਜਾਂਦਾ ਹੈ ਤੇ ਉਹਦੇ ਨਾਲ ਹਜੇ ਵੀ ਸਿੱਖ ਫੌਜ ਹੈਗੀ ਹੈ, ਲੜਦੇ ਰਹਿੰਦੇ ਆ। 8 ਮਹੀਨਿਆਂ ਦੇ ਬਾਅਦ 7 ਦਸੰਬਰ 1715 ਈਸਵੀ ਨੂੰ ਜਿਹੜੇ ਹਮਲਾਵਰ ਹੈ ਉਹ ਹਵੇਲੀ ਦੇ ਵਿੱਚ ਦਾਖਲ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ, ਕਿਉਂਕਿ ਹੁਣ ਇੱਥੇ ਮੋਰਚਿਆਂ ਤੇ ਰਹਿਣਾ ਬਹੁਤ ਔਖਾ ਹੁੰਦਾ ਹੈ ਸਿੱਖ ਕੌਮ ਦੇ ਲਈ। ਭੁੱਖੇ ਪਿਆਸੇ ਬੇਹੋਸ਼ ਹੋਈ ਜਾਂਦੇ ਆ ਲੋਕ ਹਨਾ, ਕੁਛ ਉਹੀ ਮਰ ਜਾਂਦੇ ਆ ਵਿਚਾਰੇ ਭੁੱਖੇ ਹੀ। ਤੇ ਬਹੁਤ ਕਸ਼ਟ ਦਾ ਟਾਈਮ ਹੈ ਇਹ ਵੀ। ਤਾਂ ਹਵੇਲੀ ਦੇ ਵਿੱਚ ਜਿਹੜੀ ਮੁਗਲ ਫੌਜ ਆ ਉਹ ਦਾਖਲ ਹੋ ਜਾਂਦੀ ਹੈ। ਬੰਦਾ ਬਹਾਦਰ ਤੇ 200 ਸਿੱਖ ਹੈ ਜਿਹੜੇ ਇੱਥੇ ਜੀਵਤ ਰਹੇ ਹੁੰਦੇ ਆ, ਉਹਨਾਂ ਨੂੰ ਜਿਹੜਾ ਹੈਗਾ ਇਹ ਅਰੈਸਟ ਕਰ ਲੈਂਦੇ ਆ। ਲਗਭਗ ਇਸ ਲੜਾਈ ਦੇ ਵਿੱਚ 8,000 ਸਿੱਖ ਹੈ ਜਿਹੜਾ ਉਹ ਸ਼ਹੀਦ ਹੁੰਦਾ ਹੈ। 8,000 ਸਿੱਖ ਹੈ ਜਿਹੜਾ ਉਹ ਇਸ ਦੁਨੀ ਚੰਦ ਦੀ ਹਵੇਲੀ ਤੇ ਗੁਰਦਾਸ ਨੰਗਲ ਦੀ ਜਿਹੜੀ ਇਹ ਲੜਾਈ ਹੈ ਇਹਦੇ ਵਿੱਚ ਸ਼ਹੀਦੀ ਪ੍ਰਾਪਤ ਕਰਦਾ ਹੈ। ਸੋ 27 ਫਰਵਰੀ 1716 ਈਸਵੀ ਨੂੰ ਬੰਦਾ ਬਹਾਦਰ ਨੂੰ ਸਾਥੀਆਂ ਸਮੇਤ ਜਲੂਸ ਦੇ ਰੂਪ ਚ ਦਿੱਲੀ ਦੇ ਵਿੱਚ ਲਿਜਾਇਆ ਜਾਂਦਾ ਹੈ। ਇੱਕ ਤਰ੍ਹਾਂ ਨਾਲ ਜਲੂਬੀ ਅਸੀਂ ਪੜ੍ਹ ਲਿਆ, ਠੀਕ ਹੈ, ਤੇ ਉਹਨੂੰ ਲੋਕਾਂ ਨੂੰ ਦਿਖਾਉਣ ਦੇ ਲਈ ਜਿਹੜਾ ਹੈਗਾ ਜਲੂਸ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਿਹੜਾ ਦਿੱਲੀ ਵੱਲ ਲਿਜਾਇਆ ਜਾਂਦਾ ਹੈ। 5 ਮਾਰਚ 1716 ਈਸਵੀ ਨੂੰ ਕੋਤਵਾਲੀ ਦੇ ਸਾਹਮਣੇ, ਕੋਤਵਾਲੀ ਦਾ ਇਲਾਕਾ ਉੱਥੇ ਨਾ, ਕੋਤਵਾਲੀ ਦੇ ਸਾਹਮਣੇ ਭਾਵ ਉਹਨਾਂ ਦੀ ਜਿਹੜੀ ਫੌਜ ਦਾ ਇਲਾਕਾ ਹੈ ਮੁਗਲ ਦਾ,
ਉੱਥੇ ਅੱਜ ਕੱਲ੍ਹ ਹਾਰਡਿੰਗ ਲਾਇਬ੍ਰੇਰੀ ਬਣੀ ਹੋਈ ਹੈ ਦਿੱਲੀ ਦੇ ਵਿੱਚ। ਜਿੱਥੇ ਗੂਗਲ ਤੇ ਸਰਚ ਮਾਰ ਲਿਓ, ਜਿੱਥੇ ਹਾਰਡਿੰਗ ਲਾਇਬ੍ਰੇਰੀ ਹੈ, ਤਾਂ ਉਹ ਇਲਾਕਾ ਕੋਤਵਾਲੀ ਦਾ ਇਲਾਕਾ ਸੀ। 5 ਮਾਰਚ 1716 ਨੂੰ ਇੱਥੇ ਸਿੱਖ ਕੈਦੀਆਂ ਦਾ ਜਿਹੜਾ ਕਤਲ ਹੈ ਉਹ ਸ਼ੁਰੂ ਹੁੰਦਾ ਹੈ। ਤਾਂ ਇਹ ਉਹ ਦੌਰ ਸੀ ਜਦੋਂ ਕਹਿੰਦੇ ਵੀ ਸਿਰ ਵੱਢਣੇ ਆ, ਤਾਂ ਜਿਹੜੇ ਸਾਰੇ ਸਿੱਖ ਕੈਦੀ ਹੁੰਦੇ ਆ 200 ਇਹ ਹੁੰਦੇ ਆ, ਰਾਹ ਚ ਹੋਰ ਫੜ ਲੈਂਦੇ ਹੁੰਦੇ ਜਾਂਦੇ ਜਾਂਦੇ ਨਾ, 500-700 ਹੋ ਜਾਂਦਾ ਹੁੰਦਾ ਕਰੀਬ। ਕੁਛ ਇਤਿਹਾਸਕਾਰ ਕਹਿੰਦੇ ਵੀ 1000 ਤੱਕ ਗਿਣਤੀ ਪਹੁੰਚ ਜਾਂਦੀ ਹੈ, ਕਿਉਂਕਿ ਇਹ ਦਿਖਾਉਣਾ ਹੁੰਦਾ ਬਾਦਸ਼ਾਹ ਨੂੰ ਵੀ ਅਸੀਂ ਸਿੱਖਾਂ ਨੂੰ ਜਿੱਤਿਆ ਸੀ, ਇੰਨੇ ਸਿੱਖ ਫੜ ਲੈਂਦੇ, ਇੰਨੇ ਮਾਰੇ ਆਂਦੇ। ਤਾਂ ਕਰਕੇ ਜਿਹੜੇ ਕੋਈ ਰਾਹ ਚ ਟੱਕਰਦੇ ਜਾਂ ਨੇੜੇ ਤੇੜੇ ਪਤਾ ਵੀ ਇੱਥੇ ਸਿੱਖ ਬੈਠੇ ਆ ਜਾਂ ਸਿੱਖਾਂ ਦੇ ਘਰ ਆ ਇੱਥੇ ਰਹਿੰਦੇ ਆ ਖਾਲਸੇ ਆ, ਤੇ ਉਹਨਾਂ ਨੂੰ ਵੀ ਚੱਕ ਕੇ ਲੈ ਜਾਂਦੀ ਹੁੰਦੀ ਆ ਫੌਜ, ਮੁਗਲ ਫੌਜ। ਤਾਂ ਸੋ ਜਿਹੜਾ ਇਹ ਕਤਲੋਗਾਰਤ ਸ਼ੁਰੂ ਹੁੰਦਾ, ਤਾਂ ਫਿਰ ਇੱਥੇ ਸਾਰੇ ਨਾ ਲੜਦੇ ਹੁੰਦੇ ਆ। ਉਹ ਕਹਿੰਦਾ ਮੈਂ ਪਹਿਲਾਂ ਸਿਰ ਕਟਾਉਣਾ, ਉਹ ਕਹਿੰਦਾ ਮੈਂ ਪਹਿਲਾਂ ਸਿਰ ਕਟਾਉਣਾ। ਭਾਵ ਉਹ ਜੋਸ਼ ਤੇ ਉਹ ਜਜ਼ਬਾ ਹੈ ਜਿਹੜਾ ਹਜੇ ਵੀ ਨਹੀਂ ਖਤਮ ਹੁੰਦਾ ਸਿੱਖਾਂ ਦੇ ਵਿੱਚੋਂ, ਜਿਹਨੂੰ ਮੁਗਲ ਕੌਮ ਜਿਹੜੀ ਫੌਜ ਆ ਉਹ ਖਤਮ ਕਰਨ ਨੂੰ ਫਿਰਦੀ ਹੁੰਦੀ ਹੈ। ਔਰੰਗਜ਼ੇਬ ਤੋਂ ਲੈ ਕੇ ਬਾਜ ਸਿੰਘ, ਰਾਮ ਸਿੰਘ, ਫਤਿਹ ਸਿੰਘ, ਤਿਆਲੀ ਸਿੰਘ, ਗੁਲਾਬ ਸਿੰਘ, ਜਿਹੜੇ ਸਾਰੇ ਅਹੁਦੇਦਾਰ ਨਿਯੁਕਤ ਕੀਤੇ ਸੀ ਬੰਦਾ ਬਹਾਦਰ ਨੇ, ਇਹਦੇ ਨਾਲ ਅਰੈਸਟ ਹੁੰਦੇ ਆ। ਤੇ 26 ਸਾਥੀਆਂ ਸਮੇਤ ਬੰਦਾ ਬਹਾਦਰ ਨੂੰ 3 ਮਹੀਨੇ ਪਿੱਛੋਂ 3 ਮਹੀਨੇ ਇਹਨਾਂ ਨੂੰ ਕੈਦ ਰੱਖਿਆ ਜਾਂਦਾ ਹੈ, ਅਲੱਗ-ਅਲੱਗ ਰੱਖਿਆ ਜਾਂਦਾ। ਕਿਸੇ ਨੂੰ ਕਹਿੰਦੇ ਆ ਬਈ ਬਾਜ ਸਿੰਘ ਤਾਂ ਮੁਸਲਮਾਨ ਬਣ ਗਿਆ, ਤੂੰ ਵੀ ਬਣ ਜਾ। ਫਤਿਹ ਸਿੰਘ ਨੂੰ ਕਹਿੰਦਾ ਵੀ ਰਾਮ ਸਿੰਘ ਮੁਸਲਮਾਨ ਬਣ ਗਿਆ, ਤੂੰ ਵੀ ਬਣ ਜਾ। ਤੇ ਬੰਦਾ ਬਹਾਦਰ ਨੂੰ ਕਹਿੰਦਾ ਵੀ ਬਾਜ ਸਿੰਘ, ਰਾਮ ਸਿੰਘ, ਫਤਿਹ ਸਿੰਘ, ਆਲੀ ਸਿੰਘ, ਗੁਲਾਬ ਸਿੰਘ ਸਾਰੇ ਮੁਸਲਮਾਨ ਬਣ ਗਏ, ਤੂੰ ਵੀ ਮੁਸਲਮਾਨ ਬਣ ਜਾ, ਕਿਉਂ ਆਪਦੀ ਜਾਨ ਖਰਾਬ ਕਰਨੀ ਹੈ। 3 ਮਹੀਨੇ ਇਹ ਕੰਮਾਂ ਤੇ ਲਾਏ ਜਾਂਦੇ ਆ, ਤਸੀਹੇ ਦਿੱਤੇ ਜਾਂਦੇ ਆ, ਭੁੱਖਿਆ ਰੱਖਿਆ ਜਾਂਦਾ, ਕੁੱਟਮਾਰ ਕੀਤੀ ਜਾਂਦੀ ਹੈ। ਤਾਂ ਫਿਰ 3 ਮਹੀਨਿਆਂ ਬਾਅਦ 19 ਜੂਨ 1716 ਈਸਵੀ ਨੂੰ ਦਿੱਲੀ ਦੇ ਵਿੱਚ ਦੂਜੀ ਵਾਰ ਇਹਨਾਂ ਨੂੰ ਜਲੂਸ ਦੇ ਰੂਪ ਚ ਪੇਸ਼ ਕੀਤਾ ਜਾਂਦਾ ਹੈ। ਇਹ ਜਿਹੜੇ ਉੱਪਰ ਨਾਮ ਹੈ 26 ਸਾਥੀ ਇਹਨਾਂ ਦੇ ਨਾਲ ਸਾਰੇ, ਤੇ 27ਵਾਂ ਬੰਦਾ ਬਹਾਦਰ, ਇਹਨਾਂ ਨੂੰ ਫਿਰ ਜਲੂਸ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਕਿ ਜਿਹੜਾ ਹੁਣ ਤੁਸੀਂ ਜੇ ਨਹੀਂ ਮੰਨਦੇ ਤਾਂ ਫਿਰ ਤੁਹਾਨੂੰ ਜਿਹੜਾ ਹੈਗਾ ਕਤਲ ਕੀਤਾ ਜਾਊਗਾ, ਤੁਹਾਨੂੰ ਸਜ਼ਾ ਦਿੱਤੀ ਜਾਊਗੀ। ਜਦੋਂ ਇਹ ਘਟਨਾਕ੍ਰਮ ਪੂਰਾ ਹੁੰਦਾ ਹੈ ਤਾਂ ਫਿਰ 19 ਜੂਨ ਨੂੰ ਹੀ ਜਿਹੜਾ ਹੈਗਾ ਜੀ ਬੰਦਾ ਬਹਾਦਰ ਨੂੰ ਕਿਹਾ ਜਾਂਦਾ ਕਿ ਜਾਂ ਤਾਂ ਇਸਲਾਮ ਧਰਮ ਕਬੂਲ ਕਰ, ਤੇ ਨਹੀਂ ਫਿਰ ਆਪਦੇ ਪੁੱਤਰ ਦਾ ਕਤਲ ਕਰ ਅਜੇ ਸਿੰਘ ਦਾ। ਬੰਦਾ ਬਹਾਦਰ ਇਸ ਤੋਂ ਇਨਕਾਰ ਕਰ ਦਿੰਦਾ ਤੇ ਆਪਦਾ ਬਾਣੀ ਦੇ ਵਿੱਚ ਲੱਗਿਆ ਰਹਿੰਦਾ, ਬਾਣੀ ਦਾ ਜਾਪ ਕਰਦਾ ਰਹਿੰਦਾ। ਫਿਰ ਬੰਦਾ ਬਹਾਦਰ ਦੇ ਸਾਹਮਣੇ ਉਹਦੇ ਪੁੱਤਰ ਨੂੰ ਜਿਹੜਾ ਹੈਗਾ ਕਤਲ ਕੀਤਾ ਜਾਂਦਾ ਮੁਗਲ ਫੌਜ ਦੁਆਰਾ, ਤੇ ਉਹਦੇ ਪੁੱਤਰ ਦਾ ਜਿਹੜਾ ਹੈਗਾ ਦਿਲ ਉਹ ਕੱਢ ਕੇ ਬੰਦਾ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ। ਬੰਦਾ ਬਹਾਦਰ ਦੇ ਹੱਥ ਪੈਰ ਬੰਨੇ ਹੁੰਦੇ ਆ, ਉਹਦੇ ਮੂੰਹ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ, ਪਾਇਆ ਜਾਂਦਾ ਉਹਦੇ ਮੂੰਹ ਦੇ ਵਿੱਚ, ਜਿਹਨੂੰ ਆਪਾਂ ਕਲੇਜਾ ਕਹਿ ਦਿੰਦੇ ਹਾਂ। ਦਿਲ ਕੱਢ ਕੇ ਉਹਦੇ ਮੂੰਹ ਦੇ ਵਿੱਚ ਪਾਇਆ ਜਾਂਦਾ। ਬੰਦਾ ਬਹਾਦਰ ਹੈ ਜਿਹੜਾ ਆਪਦਾ ਅਡੋਲ ਰਹਿੰਦਾ ਪ੍ਰਮਾਤਮਾ ਦੇ ਭਾਣੇ ਦੇ ਵਿੱਚ, ਜਿਹੜਾ ਹੈਗਾ ਪ੍ਰਮਾਤਮਾ ਦੇ ਭਾਣੇ ਨੂੰ ਮੰਨ ਕੇ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਨੀਲ ਜਿਹੜਾ ਹੈਗਾ ਰਹਿੰਦਾ, ਲੀਨ ਰਹਿੰਦਾ, ਤੇ ਬਾਣੀ ਦਾ ਜਾਪ ਕਰਦਾ ਰਹਿੰਦਾ। ਬੰਦਾ ਬਹਾਦਰ ਦੀਆਂ ਬਾਅਦ ਦੇ ਵਿੱਚ ਜਦੋਂ ਪੁੱਤਰ ਨਾਲ ਇਹ ਘਟਨਾਕ੍ਰਮ ਹੁੰਦਾ ਤਾਂ ਫਿਰ ਵੀ ਉਹਨਾਂ ਨੂੰ ਇਹ ਹੁੰਦਾ ਵੀ ਖਨੀ ਕਹਿ ਦੂਗਾ ਵੀ ਮੇਰੇ ਪੁੱਤਰ ਨੂੰ ਛੱਡ ਦੋ ਹਨਾ, ਵੀ ਮੈਂ ਇਸਲਾਮ ਕਬੂਲ ਕਰ ਲੈਣਾ। ਪਰ ਬੰਦਾ ਬਹਾਦਰ, ਉਹ ਬੰਦਾ ਸਿੰਘ ਬਹਾਦਰ ਸੀ ਨਾ, ਉਹ ਅਡੋਲ ਰਹਿੰਦਾ। ਫਿਰ ਉਹਦੀਆਂ ਬੰਦਾ ਬਹਾਦਰ ਦੀਆਂ ਦੋਨੋਂ ਅੱਖਾਂ ਕੱਢੀਆਂ ਜਾਂਦੀਆਂ, ਪਹਿਲਾਂ ਸੱਜੀ ਫਿਰ ਖੱਬੀ। ਫਿਰ ਉਹਦੇ ਹੱਥ ਪੈਰ ਆ ਜਿਹੜੇ ਉਹ ਵੱਢੇ ਜਾਂਦੇ ਆ। ਫਿਰ ਉਹਦਾ ਮਾਸ ਆ ਜਿਹੜਾ ਚਮੜੀ ਦਾ, ਭਾਵ ਕਿ ਉਹਨੂੰ ਤਸੀਹੇ ਦਿੱਤੇ ਜਾਂਦੇ ਆ। ਚਮੜੀ ਦਾ ਮਾਸ ਆ ਜਿਹੜਾ ਉਹ ਨੋਚਿਆ ਜਾਂਦਾ, ਜਮੂਰਾਂ ਦੇ ਨਾਲ ਮਾਸ ਨੂੰ ਪੱਟਿਆ ਜਾਂਦਾ, ਸਰੀਰ ਦੇ ਨਾਲੋਂ ਵਰਕੀਆਂ ਕੱਢੀਆਂ ਜਾਂਦੀਆਂ। ਪਰ ਬੰਦਾ ਬਹਾਦਰ ਆ ਜਿਹੜਾ ਉਹ ਇਹ ਸਭ ਕਾਸੇ ਨੂੰ ਭਾਣਾ ਮੰਨਦਾ ਰਹਿੰਦਾ ਤੇ ਬਾਣੀ ਦਾ ਜਾਪ ਕਰਦਾ। ਸੀਸ ਆ ਜਿਹੜਾ ਲਾਸਟ ਦੇ ਵਿੱਚ ਉਹਦਾ ਸਿਰ ਆ ਜਿਹੜਾ ਕਲਮ ਕੀਤਾ ਜਾਂਦਾ, ਬੰਦਾ ਬਹਾਦਰ ਦਾ ਸਿਰ ਵੱਢ ਦਿੱਤਾ ਜਾਂਦਾ। ਤੇ ਫਿਰ ਉਦੋਂ ਬਾਅਦ ਚ ਉਹਦਾ ਜਿਹੜੀ ਧੜ ਹੁੰਦੀ ਆ ਉਹਦੇ ਟੋਟੇ ਟੋਟੇ ਕਰਕੇ ਜਿਹੜੇ ਬੰਦੇ ਬਹਾਦਰ ਦੀ ਭਾਵਗੀ ਹੈ ਸ਼ਹੀਦੀ ਹੁੰਦੀ ਹੈ, ਬੰਦੇ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ। ਲੱਤਾਂ, ਬਾਹਾਂ, ਗੋਡੇ, ਪੱਟ, ਮੋਢੇ ਹਨਾ ਸਾਰਾ ਸਰੀਰ ਹੈ ਜਿਹੜਾ ਉਹਦਾ ਇਹ ਵੱਢ ਦਿੱਤਾ ਜਾਂਦਾ ਹੈਗਾ, ਅਲੱਗ-ਅਲੱਗ ਟੁਕੜਿਆਂ ਦੇ ਵਿੱਚ ਕਰ ਦਿੱਤਾ ਜਾਂਦਾ ਹੈ। ਬਹੁਤ ਦਰਦਨਾਕ ਜਿਹੜਾ ਘਟਨਾਕ੍ਰਮ ਵਾਪਰਦਾ। ਕਿਉਂਕਿ ਇਹ ਹੁੰਦਾ ਕਿ ਜੇ ਮੈਸੇਜ ਲੋਕਾਂ 'ਚ ਜਾਵੇ, ਲੋਕਾਂ ਨੂੰ ਦਿਖਾਇਆ ਜਾਵੇ ਤਾਂ ਅੱਗੇ ਤੋਂ ਕੋਈ ਬਗਾਵਤ ਨਾ ਕਰੇ, ਕੋਈ ਇਸਲਾਮ ਧਰਮ ਦੇ ਖਿਲਾਫ ਨਾ ਹੋਵੇ, ਤੇ ਲੋਕ ਡਰਦੇ ਨਾਲ ਜਿਹੜਾ ਇਸਲਾਮ ਧਰਮ ਆ ਉਹਨੂੰ ਕਬੂਲਣ। ਮਨਸ਼ਾ ਇਹੀ ਹੁੰਦੀ ਹੈ, ਹੋਰ ਸਿੱਖ ਕੋਈ ਖੜਾ ਨਾ ਹੋ ਜੇ। ਪਰ ਹੁੰਦਾ ਇਹ ਸਾਰਾ ਕੁਛ ਉਲਟਾ ਹੈ। ਜਿੰਨੇ ਤਸੀਹੇ ਤੇ ਜਿੰਨੇ ਟੋਟੇ ਕੀਤੇ ਜਾਂਦੇ ਉਦੋਂ ਹਜ਼ਾਰਾਂ ਲੱਖਾਂ ਗੁਣਾ ਜਿਹੜੇ ਹੈਗੇ ਆ ਸਿੱਖ ਪੈਦਾ ਹੁੰਦੇ ਆ, ਯੁੱਧ ਲੜਦੇ ਆ, ਸੰਘਰਸ਼ ਲੜਦੇ ਆ, ਤੇ ਫਿਰ ਸਿੱਖ ਰਾਜ ਹੈ ਜਿਹੜਾ ਉਹ ਸਟੈਬਲਿਸ਼ ਹੋ ਜਾਂਦਾ ਹੈ ਪੱਕੇ ਰੂਪ ਦੇ ਵਿੱਚ। ਬੰਦੇ ਬਹਾਦਰ ਨੇ ਸਰਬ ਸ਼ਕਤੀਮਾਨ ਪਰਮਾਤਮਾ ਤੇ ਗੁਰੂ ਦੀ ਇੱਛਾ ਅੱਗੇ ਸੀਸ ਝੁਕਾਉਂਦੇ ਹੋਏ ਬੜੀ ਸ਼ਾਂਤੀ ਦੇ ਨਾਲ ਆਪਣੇ ਪ੍ਰਾਣਾਂ ਦੀ ਆਹੁਤੀ ਦਿੱਤੀ, ਆਪਣੇ ਪ੍ਰਾਣਾਂ ਦਾ ਤਿਆਗ ਦਿੱਤਾ। ਸੋ ਇਹ ਸੀਗਾ ਜੀ ਆਪਣਾ ਟੌਪਿਕ ਬੰਦਾ ਬਹਾਦਰ ਦਾ। ਇਹਦੇ ਵਿੱਚੋਂ ਹੁਣ ਕੁਐਸਚਨ ਦੇਖੋ ਜੀ ਕਿ ਜਿਹੜੇ ਹੈਗੇ ਮੰਨ ਲਓ ਤੁਸੀਂ ਬੰਦਾ ਬਹਾਦਰ ਦੀਆਂ ਜਿੱਤਾਂ ਦੇ ਸੰਨ ਕਿਹੜੇ ਕਿਹੜੇ ਆ, ਤੇ ਸਾਥ ਕਿਹਨੇ ਛੱਡਿਆ, ਲੜਾਈਆਂ ਕਿੱਥੇ ਹੋਈਆਂ, ਇਹ ਟੌਪਿਕ ਤੁਹਾਡੇ ਲਈ ਜ਼ਰੂਰੀ ਹੈ। ਇਹ ਪੁਆਇੰਟ, ਸ਼ਹੀਦੀ ਕਦੋਂ ਹੋਈ, ਸ਼ਹੀਦੀ ਵੇਲੇ ਕੌਣ ਨਾਲ ਸੀ,
ਠੀਕ ਹੈ, ਪੁੱਤਰ ਦਾ ਕੀ ਨਾਂ ਸੀ, ਮੁੱਢਲਾ ਕੀ ਨਾਂ ਸੀ, ਇਵੇਂ 20-25 ਕੁਐਸਚਨ ਹੈ ਜਿਹੜੇ ਮੋਸਟ ਇੰਪੋਰਟੈਂਟ ਬਣਦੇ ਆ ਟੌਪਿਕ ਦੇ ਵਿੱਚੋਂ। ਸੋ ਇਸ ਨੂੰ ਜ਼ਰੂਰ ਪੜ੍ਹ ਲੈਣਾ। ਕਲਾਸ ਜਿਹੜੀ ਹੈਗੀ ਆ ਆਪਣੀ ਲਗਭਗ ਖਤਮ ਹੋ ਚੁੱਕੀ। ਜੇਕਰ ਹਜੇ ਤੱਕ ਤੁਸੀਂ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਜੁੜੇ ਰਹੋ ਸਾਡੇ ਨਾਲ। ਥੈਂਕਸ ਫॉर ਵਾਚਿੰਗ ਟੂ GNDS ਅਕੈਡਮੀ YouTube ਚੈਨਲ।